ਸਤਿ ਸ਼੍ਰੀ ਅਕਾਲ ਸਾਰੇ ਬੱਚਿਆਂ ਨੂੰ। ਬੱਚਿਓ ਜਿਵੇਂ ਤੁਹਾਨੂੰ ਪਤਾ ਹੈਗਾ ਕਿ 17 ਤਰੀਕ ਨੂੰ ਹੁਣੇ ਸਾਡਾ NTSC ਦਾ ਜਿਹੜਾ ਮੌਕ ਟੈਸਟ ਸੀਗਾ ਉਹ ਹੋ ਕੇ ਹਟਿਆ ਸੀਗਾ। ਹੁਣ ਉਹਦੇ ਆਨਸਰਸ ਜਿਹੜੇ ਹੈਗੇ ਉਹ ਕੀ ਸੀਗੇ, ਉਹਦੀ ਆਨਸਰ ਕੀ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਕਿਹੜੇ ਆਨਸਰਸ ਕਰੈਕਟ ਸੀਗੇ, ਕਿਹੜੇ ਆਨਸਰਸ ਦੇ ਵਿੱਚ ਅਜੇ ਤੁਹਾਨੂੰ ਹੋਰ ਪ੍ਰੈਕਟਿਸ ਦੀ ਲੋੜ ਹੈਗੀ ਆ। ਠੀਕ ਹੈ, ਓਕੇ ਮੂਵ ਕਰਦੇ ਹਾਂ ਪਹਿਲੇ ਕੁਐਸਚਨ ਵੱਲ। ਪਹਿਲਾ ਕੁਐਸਚਨ ਹੈਗਾ ਆ ਫਾਈਂਡ ਆਊਟ ਦ ਪੇਅਰ ਇਨ ਵਿਚ ਵਰਡਸ ਬੀਅਰ ਦ ਸੇਮ ਰਿਲੇਸ਼ਨਸ਼ਿਪ ਐਜ਼ ਦ ਗਿਵਨ ਪੇਅਰ। ਹੁਣ ਸਾਨੂੰ ਪੇਅਰ ਕਿਹੜਾ ਦਿੱਤਾ ਹੋਇਆ, ਚੌਕ ਐਂਡ ਬਲੈਕ ਬੋਰਡ ਦਾ। ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਚੌਕ ਦੇ ਨਾਲ ਅਸੀਂ ਬਲੈਕ ਬੋਰਡ ਉੱਤੇ ਲਿਖਦੇ ਹਾਂ। ਹੁਣ ਚਾਰਾਂ ਵਿੱਚੋਂ ਕਿਹੜਾ ਜਿਹੜਾ ਪੇਅਰ ਹੈਗਾ ਆ ਇਹ ਰਿਲੇਸ਼ਨਸ਼ਿਪ ਸੇਮ ਇਹਨਾਂ 'ਚ ਐਗਜ਼ਿਸਟ ਕਰਦੀ, ਉਹ ਕੀ ਹੈਗੀ? ਦੇਖੋ ਡੋਰ ਤੇ ਹੈਂਡਲ। ਕੀ ਅਸੀਂ ਡੋਰ ਦੀ ਹੈਲਪ ਨਾਲ ਹੈਂਡਲ ਤੇ ਕੁਝ ਕਰਦੇ ਹਾਂ? ਨੋ, ਸੋ ਆਪਸ਼ਨ ਸਾਡੀ ਗਲਤ ਹੋ ਗਈ। ਟੇਬਲ ਦੇ ਨਾਲ ਚੇਅਰ ਤੇ ਕੋਈ ਕੰਮ ਕਰਦੇ ਹਾਂ? ਨੋ। ਐਂਡ ਕੀ ਅਸੀਂ ਇੰਕ ਦੇ ਨਾਲ ਪੇਪਰ ਤੇ ਕੋਈ ਕੰਮ ਕਰਦੇ ਹਾਂ? ਯੈਸ, ਸਾਨੂੰ ਸਾਰਿਆਂ ਨੂੰ ਪਤਾ ਆ ਕਿ ਲਿਖਣ ਦੇ ਲਈ ਅਸੀਂ ਪੈਨ ਯੂਜ਼ ਕਰਦੇ ਹਾਂ, ਪੈਨ ਦੇ ਵਿੱਚ ਇੰਕ ਹੁੰਦੀ ਆ। ਸੋ ਥਰਡ ਆਪਸ਼ਨ ਜਿਹੜੀ ਹੈਗੀ ਸਾਡੀ ਕਰੈਕਟ ਹੋ ਗਈ। ਕੁਐਸਚਨ ਨੰਬਰ ਸੈਕੰਡ ਵੱਲ ਮੂਵ ਕਰਦੇ ਹਾਂ। ਪਹਿਲਾ ਵਰਡ ਹੈਗਾ ਪੇਲ, ਇਹਨੂੰ ਇਹਨਾਂ ਨੇ ਮੋਡੀਫਾਈ ਕਰਕੇ ਲਿਖਿਆ ਹੋਇਆ ਲੀਪ। ਗੌਰ ਕਰਾਂਗੇ ਜਿਹੜੇ ਲਾਸਟ ਵਾਲੇ ਦੋ ਵਰਡਸ ਹੈਗੇ LE, ਇਹਨਾਂ ਨੇ ਉਹ ਪਹਿਲਾਂ ਲਿਖੇ ਆ LE, ਤੇ ਸਟਾਰਟਿੰਗ ਵਾਲੇ ਜਿਹੜੇ ਦੋ ਵਰਡਸ ਹੈਗੇ PA, ਇਹਨਾਂ ਨੇ ਅਦਲਾ ਬਦਲੀ ਕਰਕੇ ਪਹਿਲਾਂ A ਲਿਖਿਆ ਫਿਰ P ਲਿਖਿਆ। ਉਸੇ ਤਰ੍ਹਾਂ ਜੇ ਆਪਾਂ ਪੌਸ਼ ਨੂੰ ਲਿਖਣਾ ਹੋਵੇ ਤੇ SH ਮੈਂ ਪਹਿਲਾਂ ਲਿਖੂੰਗੀ ਐਂਡ ਸਟਾਰਟਿੰਗ ਵਾਲੇ PO ਜਿਹੜੇ ਹੈਗੇ ਅਦਲਾ ਬਦਲੀ ਕਰਕੇ O ਤੇ P ਲਿਖੂੰਗੀ। ਠੀਕ ਹੈ, ਸੋ ਕਰੈਕਟ ਆਪਸ਼ਨ ਕਿਹੜੀ ਆ ਗਈ? ਆਪਸ਼ਨ ਨੰਬਰ C। ਕੁਐਸਚਨ ਨੰਬਰ ਥਰਡ ਵੱਲ ਮੂਵ ਕਰਦੇ ਹਾਂ। ਕੈਲੰਡਰ ਦਾ ਰਿਲੇਸ਼ਨ ਡੇਟਸ ਨਾਲ ਦਿੱਤਾ ਹੋਇਆ, ਸੋ ਡਿਕਸ਼ਨਰੀ ਦਾ ਰਿਲੇਸ਼ਨ ਕਿਹਦੇ ਨਾਲ ਹੋਏਗਾ? ਜੇ ਕੈਲੰਡਰ ਵਿੱਚ ਡੇਟਸ ਹੁੰਦੀਆਂ ਤੇ ਡਿਕਸ਼ਨਰੀ ਵਿੱਚ ਕੀ ਹੁੰਦੀਆਂ? ਡਿਕਸ਼ਨਰੀ ਵਿੱਚ ਸਾਨੂੰ ਵਰਡਸ ਮਿਲਦੇ ਆ। ਕੁਐਸਚਨ ਨੰਬਰ ਫੋਰਥ ਹੈਗਾ ਆ ਇੰਜੀਨੀਅਰ ਇਜ਼ ਰਿਲੇਟਿਡ ਟੂ ਮਸ਼ੀਨ। ਇੰਜੀਨੀਅਰ ਜਿਹੜਾ ਹੈਗਾ ਮਸ਼ੀਨ ਤੇ ਕੰਮ ਕਰਦਾ। ਉਸੇ ਤਰ੍ਹਾਂ ਇੱਕ ਜਿਹੜਾ ਡਾਕਟਰ ਹੈਗਾ ਬੱਚਿਓ ਉਹ ਕਿਸ ਤੇ ਕੰਮ ਕਰਦਾ ਹੈਗਾ? ਠੀਕ ਹੈ ਜੀ, ਉਹ ਕਿਸੇ ਵੀ ਬੰਦੇ ਤੇ ਜਿਹੜੀ ਡਿਜ਼ੀਜ਼ ਹੈਗੀ ਆ ਉਸ ਤੇ ਕੰਮ ਕਰਦਾ। ਸੋ ਇਹਦੀ ਆਪਸ਼ਨ B ਜਿਹੜੀ ਹੈਗੀ ਹੈ ਕਰੈਕਟ ਆਪਸ਼ਨ ਹੋ ਗਈ ਹੈ। ਓਕੇ, ਨੈਕਸਟ ਕੁਐਸਚਨ ਹੈਗਾ ਸਾਡਾ 255 5 ਐਂਡ 243 ਕਿਸ ਚੀਜ਼ ਅੱਗੇ ਕੀ ਰਕਮ ਆਏਗੀ ਸਾਡੀ? ਦੇਖੋ 255 ਕੀ ਹੈਗਾ ਆ, ਜਿਹੜਾ 25 ਹੈਗਾ ਆ ਇਹਨੂੰ ਅਸੀਂ 5 ਨਾਲ ਡਿਵਾਈਡ ਕੀਤਾ ਆ। ਦੇਖੋ 255 ਹੈ ਨਾ, ਅਸੀਂ ਕੀਤਾ 25 ਨੂੰ ਡਿਵਾਈਡ ਕੀਤਾ ਹੈਗਾ 5 ਦੇ ਨਾਲ, ਉਹ ਕੀ ਆ ਗਿਆ 5 5 ਦਾ 25। ਸੋ ਆਹ ਵਾਲਾ 5 ਜਿਹੜਾ ਹੈਗਾ ਇਹਨਾਂ ਨੇ ਇੱਥੇ ਲਿਖਿਆ। ਉਸੇ ਤਰ੍ਹਾਂ 243 ਦਾ ਕੀ ਆਏਗਾ? ਪਹਿਲੇ ਦੋ ਅੱਖਰ 24, ਇਹਨੂੰ ਮੈਂ ਡਿਵਾਈਡ ਕਰੂੰਗੀ ਲਾਸਟ ਵਾਲੇ ਡਿਜਿਟ ਨਾਲ। ਲਾਸਟ ਵਾਲਾ ਡਿਜਿਟ ਹੈਗਾ 3 ਤੇ 3 8 ਦਾ 24। ਸੋ ਇੱਥੇ ਮੇਰੀ ਕਿਹੜਾ ਨੰਬਰ ਆਏਗਾ? ਨੰਬਰ 8 ਐਂਡ ਆਪਸ਼ਨ ਕਿਹੜੀ ਕਰੈਕਟ ਹੈਗੀ ਸਾਡੀ? D ਆਪਸ਼ਨ। ਆਪਸ਼ਨ D ਸਾਡੀ ਹੋਏਗੀ 8 ਕਰੈਕਟ ਹੋਏਗੀ। ਨੈਕਸਟ ਕੁਐਸਚਨ। ਓਕੇ, ਹੁਣ ਸਾਨੂੰ ਪੈਟਰਨ ਦਿੱਤਾ ਹੋਇਆ ਆ। ਠੀਕ ਹੈ, ਉਹ ਕਹਿੰਦੇ ਕਿ 3 ਫਿਗਰਸ ਆਰ ਗਿਵਨ ਇਨ ਦ ਕੁਐਸਚਨ, ਦੇयर ਇਜ਼ ਅ ਰਿਲੇਸ਼ਨ ਬਿਟਵੀਨ ਦ ਫਸਟ ਟੂ ਐਂਡ ਸੇਮ ਜਿਹੜਾ ਹੈਗਾ ਅਸੀਂ ਐਂਡ ਵਾਲੀ 2 ਦੇ ਵਿੱਚ ਵੀ ਰਿਲੇਸ਼ਨ ਇਸਟੈਬਲਿਸ਼ ਕਰਨਾ ਹੈ। ਰਿਲੇਸ਼ਨ ਲੱਭਦੇ ਹਾਂ। ਦੇਖੀਏ ਸਭ ਤੋਂ ਪਹਿਲਾਂ ਵਰਡ ਹੈਗਾ JP, ਇਹਨਾਂ ਨੇ ਕੀ ਲਿਖਿਆ? PJ ਲਿਖਿਆ। ਠੀਕ ਹੈ, ਇਹ ਤਾਂ ਪਤਾ ਲੱਗਿਆ, ਬਟ PJ ਦੀ ਹੁਣ ਆਪਾਂ ਇਹ ਦੇਖਣੀ ਹੈ ਕਿ ਕਿੱਦਾਂ ਲਿਖਿਆ ਹੈ, ਕਿਸ ਤਰੀਕੇ ਦਾ। ਦੇਖੋ J ਸੀਗਾ, J ਜਦੋਂ ਅਗਲੇ ਪਾਸੇ ਬਣਿਆ ਤੇ ਉਹ ਐਦਾਂ ਬਣ ਗਿਆ ਕੁਛ ਇੱਦਾਂ। ਠੀਕ ਹੈ ਜੀ, ਇੱਕ ਤੇ ਉਲਟਾ ਹੋਇਆ। ਦੇਖੋ ਉਲਟਾ ਹੋਣ ਦਾ ਮਤਲਬ ਸੀਗਾ ਕਿ ਜੇ ਇਹ ਉਲਟਾ ਹੁੰਦਾ ਤੇ ਇਹ ਬਣਨਾ ਸੀਗਾ ਕੁਛ ਇੱਦਾਂ ਦਾ, ਇਹ ਉੱਪਰੋਂ ਕਰਕੇ ਇੱਦਾਂ ਹੈ ਨਾ, ਆ ਨੀਚੋਂ ਗੋਲ ਹੋਣਾ ਸੀਗਾ, ਉੱਪਰੋਂ ਸਿੱਧਾ। ਇਹ ਨੀਚੋਂ ਗੋਲ ਤੇ ਉੱਪਰੋਂ ਸਿੱਧਾ, ਪਰ ਇੱਕ ਤੇ ਪੁੱਠਾ ਵੀ ਹੋਇਆ, ਉਸ ਤੋਂ ਬਾਅਦ ਇਹ ਘੁੰਮਿਆ ਵੀ ਆ, ਜਿਵੇਂ ਆਪਾਂ ਜਿਹਨੂੰ ਆਪਾਂ ਮਿਰਰ ਇਮੇਜ ਕਰਨੇ। ਠੀਕ ਹੈ, ਜੇ ਜਿਹੜਾ ਸੀਗਾ ਉਹ ਕੀ ਹੋਇਆ, ਇੱਕ ਤੇ ਪਹਿਲੇ ਨੰਬਰ ਤੋਂ ਦੂਜੇ ਨੰਬਰ ਤੇ ਚਲਾ ਗਿਆ, ਉਤੋਂ ਉਹ ਟੇਢਾ ਹੋ ਕੇ ਘੁੰਮ ਵੀ ਗਿਆ। ਐਂਡ P ਜਿਹੜਾ ਹੈਗਾ P ਵੀ ਕੀ ਹੋਇਆ, ਜੇ P ਇੱਥੇ ਸੀਗਾ ਤੇ P ਨੂੰ ਇਹਨਾਂ ਨੇ ਇਨਵਰਟ ਕੀਤਾ ਹੈਗਾ ਆ ਇਸ ਤਰੀਕੇ ਨਾਲ। ਠੀਕ ਹੈ, ਬਟ ਉਹ ਦੂਜੀ ਡਾਇਰੈਕਸ਼ਨ 'ਚ ਹੋਇਆ ਆ, ਇਹ P ਇੱਦਾਂ ਦਾ ਹੋਇਆ ਹੈ। ਠੀਕ ਹੈ ਜੀ, ਆਪਾਂ ਸੇਮ ਪੈਟਰਨ ਹੁਣ ਅਗਲਾ ਬਣਾਵਾਂਗੇ। ਦੇਖੋ J ਜਿਹੜਾ ਸੀਗਾ ਉਹ ਸੈਕਿੰਡ ਪਲੇਸ ਤੇ ਗਿਆ। ਠੀਕ ਹੈ, ਇਹਦਾ ਮਤਲਬ E ਜਿਹੜਾ ਹੈਗਾ ਦੂਜੇ ਪਾਸੇ ਜਾਏਗਾ, ਸੈਕਿੰਡ ਪਲੇਸ ਤੇ ਜਾਏਗਾ। ਆਪਸ਼ਨ 1 ਹੋ ਸਕਦੀ ਜਾਂ ਆਪਸ਼ਨ 2 ਹੋ ਸਕਦੀ, ਆਪਸ਼ਨ 3 ਵੀ ਹੋ ਸਕਦੀ। ਚਲੋ ਦੇਖਦੇ ਹਾਂ ਹੁਣ E ਨੇ ਕਿੱਦਾਂ ਦਾ ਬਣਨਾ ਹੈ। ਸਭ ਤੋਂ ਪਹਿਲਾਂ ਤੇ ਜਿਹੜਾ E ਸੀਗਾ ਇਹਨੂੰ ਆਪਾਂ ਕੀ ਕਰਾਂਗੇ? ਪੁੱਠਾ ਕਰਾਂਗੇ। ਇਹ ਪੁੱਠਾ ਹੋ ਕੇ ਕਿਵੇਂ ਦੁਬਾਰਾ E ਬਣ ਗਿਆ। ਤੇ ਜਦੋਂ ਇਹਨੂੰ ਇਹਦੀ ਮਿਰਰ ਇਮੇਜ ਬਣਾਈ ਤੇ ਇਹਦੀ ਇਮੇਜ ਕਿੱਦਾਂ ਦੀ ਬਣ ਜਾਏਗੀ? ਇਸ ਤਰੀਕੇ ਦੀ। ਇਹਦਾ ਮਤਲਬ ਦੂਜੇ ਨੰਬਰ ਤੇ ਸਾਡਾ ਕਿੱਦਾਂ ਦਾ ਪੈਟਰਨ ਹੋਣਾ ਚਾਹੀਦਾ? ਇਸ ਤਰੀਕੇ ਦਾ। ਠੀਕ ਹੈ, ਉਹ ਪੈਟਰਨ ਕਿਹੜਾ ਬਣ ਰਿਹਾ ਆ? ਆਹ ਵਾਲਾ। ਹੁਣ T ਦਾ ਵੀ ਅਜੇ ਵੇਖਦੇ ਹਾਂ। T ਜਿਹੜਾ ਸੀਗਾ, T ਨੂੰ ਆਪਾਂ ਉਲਟਾ ਕਰਨਾ, ਦੈਨ ਉਹਦੀ ਮਿਰਰ ਇਮੇਜ ਕਰਨੀ ਹੈ। T ਸੀਗਾ, T ਨੂੰ ਜਦੋਂ ਉਲਟਾ ਕੀਤਾ ਤੇ ਇਹ ਇੱਦਾਂ ਬਣ ਗਿਆ ਐਂਡ ਇਹਦੀ ਮਿਰਰ ਇਮੇਜ
सेम यही रहेगी है ना, मिरर इमेज ते टी दी टी रहेगी। सो ऑप्शन ਇਹਦੀ 2 ਜਿਹੜੀ ਹੈਗੀ ਹੈ ਕਰੈਕਟ ਆਪਸ਼ਨ ਹੈਗੀ ਹੈ। ਨੈਕਸਟ ਕੁਐਸਚਨ ਦੇਖੀਏ। ਓਕੇ, ਹੁਣ ਕਹਿੰਦੇ ਇਹਦੇ ਵਿੱਚ ਆਪਾਂ ਕਰੈਕਟ ਆਲਟਰਨੇਟਿਵ ਚੂਜ਼ ਕਰਨਾ ਹੈਗਾ। ਦੇਖੋ ਪਹਿਲਾ ਪੈਟਰਨ ਕੀ ਹੈਗਾ, ਸਰਕਲ ਦੇ ਬਾਹਰ ਸਕੁਏਅਰ ਸੀਗੇ, ਠੀਕ ਹੈ, ਇੱਕ ਚੱਕਰ ਹੈਗਾ, ਉਹਦੇ ਬਾਹਰ ਸਾਨੂੰ ਵਰਗ ਬਣਾਏ ਹੋਏ ਆ। ਇਹਨੂੰ ਕਿਵੇਂ ਚੇਂਜ ਕੀਤਾ, ਵਰਗ ਦੇ ਬਾਹਰ ਚੱਕਰ ਬਣਾਏ ਆ। ਦੇਖੋ ਜਿੰਨੇ ਚੱਕਰ ਸੀਗੇ ਉਨੇ ਹੀ ਇਹਨਾਂ ਨੇ ਅੱਗੇ, ਸੌਰੀ ਜਿੰਨੇ ਸੀਗੇ ਸਾਡੇ ਕੋਲ ਸਕੁਏਅਰਸ, ਉਨੇ ਹੀ ਇਹਨਾਂ ਨੇ ਅੱਗੇ ਕੀ ਬਣਾਤੇ ਹੈਗੇ, ਸਰਕਲ। ਸਰਕਲ ਸੈਂਟਰ 'ਚ ਸੀਗਾ, ਸੈਂਟਰ ਵਾਲੀ ਡਾਇਗਰਾਮ ਬਾਹਰ ਆਈ ਹੈ ਐਂਡ ਬਾਹਰ ਵਾਲੀ ਡਾਇਗਰਾਮ ਅੰਦਰ ਗਈ ਹੈ। तो ਆਪਾਂ ਕੀ ਕਰਾਂਗੇ ਇਹਦੇ ਵਿੱਚ, ਜਿਹੜਾ ਟ੍ਰਾਇੰਗਲ ਦੇ ਬਾਹਰ ਸਰਕਲਸ ਹੈਗੇ, ਸਰਕਲ ਨੂੰ ਆਪਾਂ ਸੈਂਟਰ ਵਿੱਚ ਲੈ ਕੇ ਆਵਾਂਗੇ ਐਂਡ ਬਾਹਰ ਅਸੀਂ ਕੀ ਕਰਾਂਗੇ, ਟ੍ਰਾਇੰਗਲ ਬਣਾਵਾਂਗੇ। ਇਹਦੇ ਤੋਂ ਬਾਹਰ ਅਸੀਂ ਕੀ ਬਣਾਵਾਂਗੇ, ਟ੍ਰਾਇੰਗਲ ਬਣਾਵਾਂਗੇ। 3 ਸਰਕਲਸ ਨੇ ਐਂਡ ਵੀ ਵਿਲ 3 ਹੀ ਜਿਹੜੇ ਹੈਗੇ ਆ ਸਾਡੇ ਟ੍ਰਾਇੰਗਲਸ ਹੋਣਗੇ, ਠੀਕ ਹੈ ਜੀ। ਆ ਦੇਖੋ ਪਹਿਲਾ, ਦੂਜਾ ਤੇ ਤੀਜਾ ਜਿਹੜਾ ਹੈਗਾ, 3 ਬਣ ਰਹੇ ਨੇ, ਠੀਕ ਹੈ ਜੀ। ਸੋ ਆਪਸ਼ਨ ਏ ਜਿਹੜੀ ਹੈਗੀ ਹੈ ਸਾਡੀ ਕਰੈਕਟ ਆਪਸ਼ਨ ਆ ਗਈ ਹੈ। ਨੈਕਸਟ ਕੁਐਸਚਨ ਵੱਲ ਚਲੀਏ, ਕੁਐਸਚਨ ਨੰਬਰ 8। फिर आप करैक्ट आल्टरनेटिव चूज करना है। देखो पहले दोवां नूं गौर नाल वेखीए, इहदा शेडिड पोर्शन इत्थे सीगा, नैक्सट टाइम जिहड़ा हैगा वो इत्थों इत्थे पहुंच गया, ठीक है जी। नाल ही एक होर चीज़ भी हैगी, देखिए आप इहदे सेंटर च वेखांगे ते एक सर्कुलर पोर्शन हैगा, उहदे अंदर हाफ उन्होंने शेड किया होया है ना। एक सेकेंड, ओके, यह सर्कुलर पोर्शन हैगा, इहदा हाफ शेड किया आ, ठीक है। यह जिहड़ा हाफ शेड हैगा ये हुण ऑपोजिट साइड पहुँच गया, ठीक है जी। ਇਹਦਾ मतलब ਹੁਣ ਆਪਾਂ ਇਹੀ ਪੈਟਰਨ ਇੱਥੇ ਲਗਾਵਾਂਗੇ। ਸਭ ਤੋਂ ਪਹਿਲਾਂ ਸ਼ੇਡਡ ਪੋਰਸ਼ਨ ਜੇ ਆਹ ਵਾਲਾ ਹੈਗਾ, ਨੈਕਸਟ ਇਮੇਜ ਵਿੱਚ ਉਹ ਨੈਕਸਟ ਸੈਕਟਰ ਵਿੱਚ ਚਲਾ ਜਾਏਗਾ, ਠੀਕ ਹੈ ਜੀ। ਜਦੋਂ ਨੈਕਸਟ ਸੈਕਟਰ ਵਿੱਚ ਚਲਾ ਗਿਆ ਤੇ ਹੁਣ ਆਪਸ਼ਨ ਦੇਖਾਂਗੇ ਕਿਹੜੀ ਕਿਹੜੀ ਹੋ ਸਕਦੀ ਆ। ਜਦੋਂ ਇਹ ਵਾਲੇ ਸੈਕਟਰ ਵਿੱਚ ਪਹੁੰਚੇਗਾ ਤੇ ਆਪਸ਼ਨ ਇੱਕ ਸਾਡੀ ਡੀ ਵੀ ਹੋ ਸਕਦੀ ਹੈ, ਇੱਕ ਆਪਸ਼ਨ ਸਾਡੀ ਸੀ ਵੀ ਹੋ ਸਕਦੀ। ਬਟ ਫਿਰ ਆਪਾਂ ਗੌਰ ਨਾਲ ਕਰਨਾ ਹੈ ਕਿ ਜਿਸ ਪਾਸੇ ਸ਼ੇਡਡ ਪੋਰਸ਼ਨ ਹੈਗਾ ਹੈ ਉਸ ਪਾਸੇ ਸਾਡਾ ਵਾਈਟ ਹੋਣਾ ਚਾਹੀਦਾ ਆ, ਉਹਦੀ ਆਪੋਜ਼ਿਟ ਸਾਈਡ ਸਾਡਾ ਬਲੈਕ ਹੈਗਾ ਆ, ਠੀਕ ਹੈ ਜੀ। ਹੁਣ ਸੀ ਵਿੱਚ ਜਦੋਂ ਆਪਾਂ ਦੇਖਾਂਗੇ ਗੌਰ ਨਾਲ, ਆ ਦੇਖੀਏ ਆਪਾਂ ਸੀ ਵਿੱਚ ਆਪਾਂ ਗੌਰ ਕੀਤਾ, ਜਿਹੜੇ ਸਾਈਡ ਸ਼ੇਡ ਕੀਤੀ ਹੋਈ ਆ ਉਸੇ ਸਾਈਡ ਬਲੈਕ ਹੈਗਾ, ਸੋ ਇਹ ਆਪਸ਼ਨ ਗਲਤ ਹੈਗੀ ਆ। ਡੀ ਵਿੱਚ ਕੀ ਹੈਗਾ, ਜਿਸ ਪਾਸੇ ਸ਼ੇਡ ਹੈਗੀ ਆ ਉਹਦੇ ਆਪੋਜ਼ਿਟ ਸਾਈਡ ਹੈਗਾ ਜਿਹੜਾ ਛੋਟੇ ਵਾਲੇ ਸਰਕਲ ਨੂੰ ਇਹਨਾਂ ਨੇ ਸ਼ੇਡ ਕੀਤਾ ਹੋਇਆ, ਸੋ ਆਪਸ਼ਨ ਡੀ ਜਿਹੜੀ ਹੈਗੀ ਸਾਡੀ ਕਰੈਕਟ ਹੋ ਗਈ। ਨੈਕਸਟ ਕੁਐਸਚਨ, ऑड वन आउट। 4 नंबर सानू दिते हुए ने 6, 23, 8, 34, 1, 3 एंड 5, 18, ठीक है जी। ये देखिए जे मैं 6 नू मल्टीप्लाई करती हैगी, 6 4 जा 24, ये आ गया 24, ये विचों मैं 1 घटानी हाँ तो ये आता है 23, ठीक है जी। 8 गुना 4 करके वेखिए, 8 गुना 4 आ गया मेरे को 32, 32 विच 1 गया, सो आ गया 31, सेम पैटर्न। अगला नंबर हैगा 1 नू गुना किया 4 दे नाल, ठीक है जी। फिर मैं 1 माइनस करता, वो 4 माइनस 1 मेरे को की आ गया 3, है भी करैक्ट आ रहा। 5 देखिए जरा, 5 नू जदों मैं 4 नाल गुना कर दी हूँ, मेरा आ गया 5 गुना 5 4 20 आ गया। 20 विचों जे मैं 1 माइनस करके वेखा तो मेरा की आंसर आता है 19, बट इत्थे आंसर की आ रहा 18, सो दिस इज़ ऑड वन आउट, ठीक है जी। ऑप्शन डी जिहड़ी हैगी साडी ये वखरी हैगी आ बाकी तिन्नां नालों, ओके। फिर हैगा फाइंड द ऑड वन आउट, ठीक है। 4 हैगे साडे कोल, देखो XU BU CZHK MLAG SENO, ਇਹਦੇ ਵਿੱਚੋਂ ਕੀ ਹੈਗੀ ਫਸਟ ਆਪਸ਼ਨ ਜਿਹੜੀ ਹੈਗੀ ਇਹ ऑड वन आउट हैगी, बिकॉज ਇਹਦੇ ਵਿੱਚ ਕੀ ਹੈਗੇ ਜਿਹੜੇ 2 ਅਲਫਾਬੈਟ ਹੈਗੇ ਉਹ ਕੀ ਹੈਗੇ ਆ, ਰਿਪੀਟ ਹੋਏ। ਕੁਐਸਚਨ 11th हैगा साडे कोल फाइंड द ऑड वन आउट। ਹੁਣ 4 साडे कोल नंबर्स ਦਿੱਤੇ ਹੋਏ ਆ 30, 67, 128 एंड 219, ठीक है। इन्हां विचों कल्ला जिहड़ा 67 हैगा आ वो की हैगा, इट इज़ अ प्राइम नंबर। देखो 30 जिहड़ा हैगा 2 दे टेबल च आंदा है, 128 भी 2 दे टेबल च आंदा है, जो 219 हैगा आ, जे आपां इहदियां डिजिट्स ऐड करके वेखीए 9, 10, 11, 12, सो यह किहड़ा हैगा 3 दे टेबल च आंदा है, सो की आ गया कल्ला 67 जिहड़ा हैगा इट इज़ अ प्राइम नंबर, सो यह की हैगा ऑड वन आउट। क्वेश्चन नंबर 12 हैगा साडे कोल, ਇਹਦੇ ਵਿੱਚ ਜਿਹੜੇ ਅਸੀਂ ਹੈਗੇ ਵਿਚ ਇਜ਼ ਡਿਫਰੈਂਟ ਫਰੋਮ ਅਦਰ 3, ਠੀਕ ਹੈ। ऑड वन आउट ही हो गया एक हिसाब ਦਾ। ਆਪਸ਼ਨਸ ਹੈਗੀਆਂ ਸਾਡੇ ਕੋਲ ਬਿਸਕਿਟ, ਬ੍ਰੈਡ, ਚਾਕਲੇਟ ਐਂਡ ਕੇਕ। ਹੁਣ ਇਹਨਾਂ ਵਿੱਚੋਂ 3 ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਕੀ ਕਰਦੇ ਅਸੀਂ ਬੇਕ ਕਰਕੇ ਬਣਾਉਂਦੇ ਆ, ਠੀਕ ਹੈ। ਇੱਕ ਚੀਜ਼ ਬਿਨਾ ਬੇਕ ਕੀਤੇ ਬਣਦੀ ਹੈਗੀ, ਉਹ ਚੀਜ਼ ਕਿਹੜੀ ਹੈਗੀ ਆ, ਚਾਕਲੇਟ। ਸੋ ਚਾਕਲੇਟ ਇਜ਼ ऑड वन आउट।
क्वेश्चन 13 हैगा साडा फाइंड दी ऑड वन आउट। ठीक है, पहली डायग्राम दे विच बाहर कितनियां साइड्स हैगियां 1 2 3 ते 4, अंदर कितनियां साइड्स हैगियां 1 2 3 4 5 6। ठीक है जी, बाहर 4 हैगियां अंदर 6। सैकेंड डायग्राम च वेखिए 1 2 3 4 5, बाहर 5 हैगियां अंदर हैगियां 4। थर्ड डायग्राम दे विच बाहर साइड्स हैगियां 3, अंदर हैगियां 4। फोर्थ डायग्राम दे विच बाहर साइड्स हैगियां 3, अंदर साइड्स हैगियां 1 2 3 4 ते 5। ठीक है जी, तीन ऑप्शंस दे विच बाहर वालियां साइड्स अंदर वालियां साइड्स तो ज़्यादा ने, 4 तो 6, 3 तो 4, 3 तो 5। जिहड़ी सैकेंड वाली ऑप्शन हैगी उहदे विच बाहर वालियां साइड्स ज़्यादा ने, अंदर वालियां साइड्स घट। सो ऑप्शन बी जिहड़ी हैगी ये साडी करैक्ट आ गई। क्वेश्चन नंबर 14 स्टिल आपां जिहड़ा डिफरेंट हैगा वो लभना हैगा। देखिए देखो पहला जिहड़ा हैगा आ वो की हैगा है, इस साइड नूं इहदा राउंड शेप हैगी है, इस साइड नूं इहदी राउंड शेप हैगी है, बाद ये थोड़ा जिहा टिल्ट हो गया। ठीक है जी, ये आप थोड़ा जिहा एंगल ते मूव किया है तो यह इस तरीके का बन गया। ठीक है जी, होर सोचो कि यह मूव किया। ठीक है जी, जी थर्ड ऑप्शन हैगी आ जो इन्हें थोड़ा जिहा होर मूव होना सीगा तो इन्हें कुछ इस तरीके का बनना सीगा, इस पासे ब्लैक, इस पासे सीधा एंड नीचे नू वाइट होना सीगा। ठीक है जी, अंदर इहदा ब्लैक फील होना सीगा, वो इत्थे होना सीगा। ठीक है, समझ आया। पर ये थर्ड केस दे विच देखो इन्होंने ब्लैक जिहड़ा हैगा इहदा नीचे नू करता। ठीक है जी, सो ऑप्शन जिहड़ी आ थर्ड हैगी ये ऑड वन आउट हो गई है। इनू आपां की लिख दांगे ऑप्शन सी। लास्ट क्वेश्चन साडा मैथ दा हैगा, वो की हैगा आ हुण इन्हां विचों आपां जिहड़ा डिफरेंट चूज करना। देखो पहले ऑप्शन दे विच अंदर एक सर्कल हैगा, ਉਹਦੇ ਵਿੱਚ ਸਿੱਧੀ ਲਾਈਨ ਲਗਾਈ ਹੋਈ ਆ। ਠੀਕ ਹੈ ਜੀ, ਜਿਹੜਾ ਉਹਦਾ ਉੱਪਰ ਸਰਕਲ ਹੈਗਾ ਉਹ ਇੱਕ ਛੋਟਾ ਸਰਕਲ ਹੈਗਾ, ਬਟ ਜਿਵੇਂ ਪਹਿਲੇ ਸਰਕਲ ਦੇ ਵਿੱਚ ਇਦਾਂ ਲਾਈਨ ਲਗਾਈ ਸੀਗੀ, ਦੂਜੇ ਸਰਕਲ ਦੇ ਵਿੱਚ ਇਦਾਂ ਲਾਈਨ ਲੱਗੀ ਹੋਈ ਆ। ਠੀਕ ਹੈ, ਹੁਣ ਅਗਲੇ ਉਹ 'ਚ ਦੇਖੀਏ ਸੈਕਿੰਡ ਸਰਕਲ ਲਾਈਨ ਨੀਚੇ ਨੂੰ। ਠੀਕ ਹੈ ਜੀ, ਐਂਡ ਉਹਦਾ ਜਿਹੜਾ ਛੋਟਾ ਸਰਕਲ ਹੈਗਾ ਆ ਇਸ ਤਰੀਕੇ ਨਾਲ, ਬਟ ਲਾਈਨ ਉਹਦੇ ਆਪੋਜ਼ਿਟ। ਥਰਡ ਦੇ ਵਿੱਚ ਸਰਕਲ ਹੈਗਾ ਹੈ ਲਾਈਨ ਨੀਚੇ ਨੂੰ एंड जी छोटे सर्कल की हैगी उस तो लाइन ऑपोजिट। जो फोर्थ पार्ट हैगा देखो ये वड्डे सर्कल की लाइन भी इस तरीके की हैगी आ, जो छोटा सर्कल हैगा ओदी भी लाइन जी हैगी आ, दोवें की लाइन जी हैगी वड्डे की भी इदा हैगी एंड छोटे की भी इदा हैगी। ठीक है, बट हर एक केस दे विच वो लाइन की डायरैक्शन जी हैगी दोवां च ऑपोजिट सीगी। सो ऑप्शन डी जी हैगी ये करैक्ट ऑप्शन हो गई है। क्वेश्चन नंबर 16 हैगा साडा नैक्सट कि फाइंड दी वैल्यू ऑफ एक्स। असी एक्स का मुल पता करना है। साडे इहदे विच सानू क्यू का माप दिता होया 130 डिग्री, एंगल पी दिता होया 132 डिग्री। ठीक है जी, तो एक कंडीशन जी इंपॉर्टेंट इहदे विच हैगी वो की हैगी कि जी क्यू बी हैगी आ वो पैरलल हैगी आ पी डी दे। ठीक है, तो एक्सट्रा कंडीशन जी हैगी आ वो की हैगी आ जी क्यू बी हैगी आ लाइन वो पैरलल हैगी किहदे पी डी दे। ते ये तो हुण असी की करना हैगा एक्स का एंगल पता करना है। असी की करांगे हुण सानू पता कि आ दोवें लाइन आपस में पैरलल हैगियां। ठीक है, मैं की करूँगी ए पॉइंट के थ्रू एक लाइन ड्रॉ करूँगी, वो पैरलल होएगी किहदे क्यू बी दे भी ते पी डी दे भी। ठीक है जी, तो ऊपर वाला एंगल जिहड़ा इस लाइन नाल बनेगा उन्होंने मैं एंगल 1 मान लैनी आ, नीचे वाले एंगल में मैं एंगल 2 मान लैनी आ। हुण मैनू पता हैगा कि दो पैरलल लाइन्स के जिहड़े इंटीरियर एंगल्स हुंदे उन्हां दा सम जिहड़ा हुंदा 180 डिग्री होंदा है। ठीक है, हुण पहली कंडीशन तो मैं की कर सकती हूँ। ठीक है, एंगल 1 नू मैं जो 130 नाल जोड़ती हूँ तो मेरा 180 डिग्री के बराबर होंदा है। ठीक है, इत्थों मैं एंगल 1 जिहड़ा हैगा वो कढ लूँगी, 180 विचों 130 गए तो की आ गया 50 डिग्री। उसी तरह एंगल 2 कढूँगी, एंगल 2 नू जदों मैं 132 डिग्री नाल जोड़दी हूँ वो भी मेरा की हैगा 180 के बराबर बनता। सो देयरफॉर एंगल 2 मेरा कितना आएगा 180 विचों 132 मैं घटा दिन्नी आ, 132 वो मेरा केड़ा आंसर आएगा 48 डिग्री। ठीक है, हुण देखो टोटल असी एक्स पता करना सीगा, वो की सीगा एंगल 1 जोड़ एंगल 2, एंगल 1 हैगा 50, एंगल जोड़ हैगा 48, 50 विच 48 जोड़ दिया तो मेरा आंसर कितना होंदा हैगा 98। सो करैक्ट ऑप्शन इज ऑप्शन डी। ठीक, नैक्सट क्वेश्चन वाल चलते हैं। नैक्सट क्वेश्चन हैगा साडा, अच्छा हुण क्वेश्चन देखो की हैगा चूज दी करैक्ट आंसर। हुण सानू एक बहुत ही वड्डा जिहा इन्हां ने आंसर क्वेश्चन दिता होया, उन्होंने सॉल्व करके आपां करना है कि सिंपलीफाई करके की बनता है। हुण क्वेश्चन दे विच देखो क्वेश्चन देखने च जरूर है तुहानू डिफिकल्ट लग रहा, बट इनू आपां इस तरीके नाल मॉडिफाई करांगे कि आंसर साडा बहुत ईजिली आ जाएगा। ठीक है, देखो हर हुण पहले तो मैं अजे तुहानू फस्ट पार्ट है जे चक के दिखानी मैं की हैगा। देखो 1/1 प्लस अंडर रूट 2 हैगा। ठीक है जी, 1 नू मैं लिख सकती अंडर रूट ऑफ 1।
ਤੁਸੀਂ ਕੀ ਕਰਨਾ ਹੈਗਾ, ਹਰ ਇੱਕ ਰਕਮ ਜਿਹੜੀ ਪਹਿਲੀ ਰਕਮ, ਦੂਜੀ, ਤੀਜੀ, ਚੌਥੀ, ਇਸ ਤਰੀਕੇ ਨਾਲ ਸਾਡੀਆਂ 8 ਰਕਮਾਂ ਨੇ, ਹਰ ਇੱਕ ਰਕਮ ਦਾ ਅਸੀਂ ਕੀ ਕਰਾਂਗੇ, ਰੈਸ਼ਨਲਾਈਜ਼ ਕਰ ਦਾਂਗੇ। ਠੀਕ ਹੈ, ਇਹਨੂੰ ਜਦ ਮੈਂ ਮਲਟੀਪਲਾਈ ਕਰੂੰਗੀ, ਕਿਹਦੇ ਨਾਲ ਮਲਟੀਪਲਾਈ ਕਰੂੰਗੀ, √1 ਮਾਈਨਸ √2 ਦੇ ਨਾਲ, ਡਿਵਾਈਡ ਵੀ ਕਿਹਦੇ ਨਾਲ ਕਰੂੰਗੀ, √1 ਮਾਈਨਸ √2 ਦੇ ਨਾਲ। ਠੀਕ ਹੈ, ਇਹਦਾ ਆਂਸਰ ਕੀ ਆ ਜਾਏਗਾ, ਉੱਪਰ ਆ ਜਾਏਗਾ √1 ਮਾਈਨਸ √2 ਤੇ ਨੀਚੇ ਕੀ ਆ ਜਾਏਗਾ, a + b ਐਂਡ a - b। ਇਹ ਕਿਹਦੇ ਇਕੁਅਲ ਹੁੰਦਾ ਆ, a² ਮਾਈਨਸ ਆਫ b²। ਸੋ ਇਹਨੂੰ ਸੋਲਵ ਕਰਕੇ ਮੇਰਾ ਆਂਸਰ ਕੀ ਆ ਗਿਆ, √1 ਮਾਈਨਸ √2 ਤੇ ਡਿਨੋਮੀਨੇਟਰ 'ਚ ਮੇਰਾ ਹੈਗਾ -1। ਉਹ -1 ਜਦੋਂ ਉੱਪਰ ਮਲਟੀਪਲਾਈ ਹੋ ਗਿਆ ਤੇ ਉਹਨੇ ਜਿਹੜੀ ਉੱਪਰ ਵਾਲੀ ਰਕਮ ਸੀਗੀਆਂ ਉਹਦੀਆਂ ਨਿਸ਼ਾਨੀਆਂ ਚੇਂਜ ਹੋ ਗਏ, ਉੱਪਰ ਵਾਲੀ ਰਕਮ ਕੀ ਹੋ ਗਈ, √2 - 1। ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਸੈਕਿੰਡ ਰਕਮ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ ਨੂੰ ਮੈਂ ਸੋਲਵ ਕਰੂੰਗੀ ਤੇ ਆਂਸਰ ਕੀ ਨਿਕਲਦਾ ਹੈ, ਆ ਦੇਖੋ ਮੈਂ ਤੁਹਾਨੂੰ ਲਿਖ ਦਿੰਦੀ ਹਾਂ। ਪਹਿਲੀ ਨੂੰ ਸੋਲਵ ਕੀਤਾ, ਆ ਗਿਆ √2 - 1। ਠੀਕ ਹੈ ਜੀ। ਫਿਰ ਇੱਥੇ ਪਲੱਸ ਦਾ ਸਾਈਨ ਹੈਗਾ, ਮੈਂ ਪਲੱਸ ਲਿਖਿਆ। ਦੂਜੀ ਨੂੰ ਸੋਲਵ ਕਰੂੰਗੀ, ਉਹ ਮੇਰਾ ਕੀ ਆਏਗਾ, √3 ਮਾਈਨਸ √2। ਦੇਖੋ ਪਹਿਲੇ 'ਚ √ ਤੋਂ ਬਾਅਦ 'ਚ ਆ ਰਹੀ ਸੀਗੀ ਤੇ ਉਹ ਆਂਸਰ 'ਚ ਪਹਿਲਾਂ ਆ ਗਈ ਹੈ। ਠੀਕ ਹੈ, ਉਸੇ ਤਰ੍ਹਾਂ ਅਗਲਾ ਕੀ ਆ ਗਿਆ, √3 ਮਾਈਨਸ √2। ਠੀਕ ਹੈ, ਤੀਜੀ ਟਰਮ ਵਿੱਚੋਂ ਕੀ ਆਏਗਾ, √4 ਮਾਈਨਸ √3 ਪਲੱਸ ਅਗਲੀ ਵਿੱਚੋਂ ਕੀ ਆਏਗਾ, √5 ਮਾਈਨਸ √4। ਇਸੇ ਤਰ੍ਹਾਂ ਆਪਾਂ ਸਾਰੇ ਕੰਪਲੀਟ ਕਰਾਂਗੇ, √6 ਮਾਈਨਸ √5। ਫਿਰ ਠੀਕ ਹੈ, ਇਸ ਵਾਲੀ ਵਿੱਚੋਂ ਕੀ ਆਏਗਾ, √7 ਮਾਈਨਸ √6 ਪਲੱਸ ਅਗਲੀ ਵਾਲੀ ਚੋਂ ਕੀ ਆਏਗਾ, √8 ਮਾਈਨਸ √7 ਤੇ ਐਂਡ ਵਾਲੀ ਚੋਂ ਕੀ ਆਏਗਾ, ਪਲੱਸ √9 ਮਾਈਨਸ ਆਫ √8। ਮੈਂ ਚਾਹੁੰਦੀ ਹਾਂ ਕਿ ਆਹ ਵਾਲੀ ਜਿਹੜੀ ਚੀਜ਼ ਆਏਗੀ ਇਹ ਤੁਸੀਂ ਹਰ ਇੱਕ ਨੂੰ ਰੈਸ਼ਨਲਾਈਜ਼ ਕਰਕੇ ਆਪ ਦੇਖੋ, ਤੁਹਾਨੂੰ ਪਤਾ ਲੱਗੇਗਾ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਕੀ ਹੋ ਗਿਆ, ਆ ਦੇਖੋ √2 ਦੇ ਨਾਲ √2 ਕੱਟਿਆ ਗਿਆ, √3 ਦੇ ਨਾਲ √3 ਕੱਟਿਆ ਗਿਆ, √4 ਨਾਲ √4, √5 ਨਾਲ √5, 6 ਨਾਲ 6, √7 ਨਾਲ √7 ਬਿਕੋਜ਼ ਇੱਕ ਪਲੱਸ ਦਾ ਇੱਕ ਮਾਈਨਸ ਆ, √8 ਦੇ ਨਾਲ √8 ਕੱਟਿਆ ਗਿਆ। ਜਿਹੜੀ ਰਕਮ ਸਾਡੇ ਕੋਲ ਬਚੀ ਉਹ ਕੀ ਹੈਗੀ, ਪਲੱਸ ਦਾ √9 ਐਂਡ ਮਾਈਨਸ ਆਫ 1। ਠੀਕ ਹੈ ਜੀ। ਇਹਨੂੰ ਆਪਾਂ ਕਰਦੇ ਅੱਗੇ ਕੀ ਆਏਗਾ, ਪਲੱਸ ਦਾ √9 ਮਾਈਨਸ 1। ਅਤੇ ਠੀਕ ਹੈ, √9 ਦੀ ਵੈਲਿਊ ਕਿੰਨੀ ਹੁੰਦੀ ਆ, 3 ਐਂਡ 1 ਦਾ 1 ਆ ਗਿਆ, 3 ਮਾਈਨਸ 1 ਸਾਡਾ ਆਂਸਰ ਕੀ ਆਇਆ, 2। ਦੇਖਾ ਕੁਐਸਚਨ ਬਹੁਤ ਡਿਫਿਕਲਟ ਸੀਗਾ, ਬਟ ਇੱਕ ਵਾਰੀ ਆਪਾਂ ਕੀ ਉਹਨੂੰ ਟ੍ਰਿਕ ਲਗਾ ਕੇ ਸਿੰਪਲੀਫਾਈ ਕਰਕੇ ਆਂਸਰ ਸਾਡਾ ਕੀ ਆ ਗਿਆ, ਆਪਸ਼ਨ ਨੰਬਰ B ਸਾਡੀ ਕਰੈਕਟ ਆਪਸ਼ਨ ਹੈਗੀ ਹੈ। ਠੀਕ ਹੈ, ਹਰ ਇੱਕ ਨੂੰ ਰੈਸ਼ਨਲਾਈਜ਼ ਕਰਕੇ ਐਵੇਂ ਸਿੰਪਲੀਫਾਈ ਕਰਨਾ ਹੈ ਤੇ ਹਰ ਇੱਕ ਦੇ ਡਿਨੋਮੀਨੇਟਰ ਜਿੱਥੇ ਜਿਹੜਾ ਕੀ ਹੈਗਾ ਹੈ ਨੀਚੇ 1 ਆਏਗਾ। ਠੀਕ ਹੈ ਜੀ, ਇਹ ਚੈੱਕ ਕਰ ਲਿਓ ਇੱਕ ਵਾਰੀ। ਓਕੇ, ਨੈਕਸਟ ਕੁਐਸਚਨ ਹੈਗਾ ਸਾਡਾ, ਓਕੇ ਨੈਕਸਟ ਕੁਐਸਚਨ ਰੀਡ ਕਰਦੇ ਹਾਂ। ਫਾਈਂਡ ਦੀ ਗ੍ਰੇਟੈਸਟ ਅਮੰਗ ਦਾ ਫੋਲੋਇੰਗ ਨੰਬਰਸ। ਹੁਣ ਕਹਿੰਦੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਨੰਬਰ ਕਿਹੜਾ ਹੈ। ਦੇਖੋ ਪਹਿਲਾ ਨੰਬਰ ਹੈਗਾ 2 ਦੀ ਪਾਵਰ 250, 3 ਦੀ ਪਾਵਰ 200, 4 ਦੀ ਪਾਵਰ 150, 5 ਦੀ ਪਾਵਰ 100। ਠੀਕ ਹੈ, ਹੁਣ ਇਸ ਨੂੰ ਆਪਾਂ ਕੀ ਟ੍ਰਿਕ ਲਗਾਉਣੀ ਹੈਗੀ, ਦੇਖੋ ਸਾਡੇ ਕੋਲ ਉੱਪਰ ਜਿਹੜੀਆਂ ਪਾਵਰਸ ਹੈਗੀਆਂ ਉਹ ਕੀ ਹੈਗੀ, ਇੱਕ ਦੀ 250 ਆ, ਇੱਕ ਦੀ 200 ਹੈ। ਠੀਕ ਹੈ ਜੀ, ਤੇ 150 ਹੈ ਤੇ ਫਿਰ ਸਾਡੇ ਕੋਲ 100 ਹੈ। ਮੈਂ ਕੀ ਕਰੂੰਗੀ, ਮੈਂ ਇਸ ਤਰੀਕੇ ਨਾਲ ਕੁਐਸਚਨ ਨੂੰ ਸੋਲਵ ਕਰੂੰਗੀ ਕਿ ਮੈਂ ਸਾਰੀਆਂ ਦੇ ਪਾਵਰਸ ਸੇਮ ਕਰ ਦੇਣੀਆਂ। ਸਾਰੀਆਂ ਦੇ ਪਾਵਰ ਸੇਮ ਕਰਨ ਲਈ ਮੈਂ ਕੀ ਕਰੂੰਗੀ, ਚਾਰੇ ਨੰਬਰਸ ਦਾ ਮੈਂ ਕੀ ਕੱਢ ਲੂੰਗੀ, HCF। ਠੀਕ ਹੈ ਜੀ, HCF ਆਪਾਂ ਯੂਕਲਿਡ ਵਿਧੀ ਨਾਲ ਵੀ ਕਰ ਸਕਦੇ। ਮੈਂ ਫਟਾਫਟ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਦੀ ਕਿਵੇਂ ਸੋਲਵ ਹੋਏਗਾ। ਦੇਖੋ ਮੈਂ ਪਹਿਲੀਆਂ ਦੋ ਰਕਮਾਂ ਲੈ ਲਈਆਂ, 250 ਨੂੰ ਮੈਂ ਕੀ ਕੀਤਾ, 200 ਨਾਲ ਡਿਵਾਈਡ ਕਰਤਾ, 201 + 200 ਰਿਮਾਈਂਡਰ ਆ ਗਿਆ 50, 50 ਨੂੰ ਅੰਦਰ ਫਿਰ ਅੱਗੇ ਮੈਂ 200 ਨਾਲ ਕਰਤਾ। ਠੀਕ ਹੈ, 50 4 × 200। ਸੋ ਪਹਿਲੇ ਦੋ ਰਕਮਾਂ ਦਾ ਮੇਰਾ HCF ਕਿੰਨਾ ਆਇਆ, 50। ਹੁਣ ਤੁਸੀਂ ਕੀ ਕਰਨਾ ਹੈਗਾ, ਅਗਲੇ ਫਿਰ ਤੁਸੀਂ ਕਿਹਦਾ ਲੱਭੋਗੇ, 50 ਤੇ 150 ਦਾ। 50 ਤੇ 150 ਦਾ ਜਦੋਂ HCF ਲੱਭੋਗੇ ਤਾਂ ਵੀ 50 ਨਿਕਲ ਕੇ ਆਏਗਾ। ਠੀਕ ਹੈ, ਫਿਰ 50 ਤੇ 100 ਦਾ HCF ਕੱਢੋਗੇ ਤਾਂ ਵੀ 50 ਆਏਗਾ। ਇਟ ਮੀਨਸ ਚਾਰੇ ਰਕਮਾਂ ਦਾ HCF ਮੇਰਾ ਕਿੰਨਾ ਆ ਗਿਆ, 50 ਆ ਗਿਆ। ਹੁਣ ਮੈਂ ਕੀ ਕਰਨਾ ਆ, ਸਾਰੇ ਨੰਬਰਸ ਨੂੰ ਇਸ ਤਰੀਕੇ ਨਾਲ ਅਰੇਂਜ ਕਰੂੰਗੀ ਕਿ ਉਹਨਾਂ ਦੀ ਪਾਵਰ ਕੀ ਹੋਵੇ, 50 ਹੋਵੇ, ਕਿਉਂਕਿ 50 ਮੇਰਾ HCF ਆਇਆ। ਠੀਕ ਹੈ, ਚਲੋ ਕਰਦੇ ਹਾਂ। ਓਕੇ, ਪਹਿਲਾ ਕੁਐਸਚਨ ਹੈਗਾ ਆ 2 ਦੀ ਪਾਵਰ 250। ਇਹਨੂੰ ਮੈਂ ਕਿਵੇਂ ਲਿਖ ਸਕਦੀ, 2 ਦੀ ਪਾਵਰ, ਮੈਂ ਪਾਵਰ ਉੱਪਰ ਰੱਖਣੀ ਹੈਗੀ 50। ਠੀਕ ਹੈ, ਕਿਉਂਕਿ HCF ਮੇਰਾ 50 ਹੈ ਤੇ ਅੰਦਰ ਕੀ ਆਏਗਾ 5। ਠੀਕ ਹੈ, ਤਾਂ ਹੀ ਬਣੇ ਨਾ 5 × 50 250। ਠੀਕ ਹੈ, ਪਹਿਲੀ ਰਕਮ ਆ ਹੈਗੀ ਆ। ਦੂਜੀ ਰਕਮ ਹੈਗੀ ਆ 3 ਦੀ ਪਾਵਰ 200। ਇਹ ਇੱਥੇ ਸੋਲਵ ਕਰ ਦਿੰਦੀ, 3 ਦੀ ਪਾਵਰ 200 ਹੈਗੀ, ਇਹਨੂੰ ਮੈਂ ਲਿਖ ਸਕਦੀ ਹਾਂ 3 ਦੀ ਪਾਵਰ, ਜੇ ਮੈਂ ਉੱਪਰ 50 ਬਣਾਉਣੀ ਹੈਗੀ ਆ ਤੇ ਨੀਚੇ ਕੀ ਆਏਗੀ 5 4 × 20, 3 ਦੀ ਪਾਵਰ 4। ਚੌਥੀ ਰਕਮ ਹੈਗੀ ਆ 4 ਦੀ ਪਾਵਰ 150। 4 ਦੀ ਪਾਵਰ 150 ਨੂੰ ਮੈਂ ਕੀ ਲਿਖੂੰਗੀ, 50 ਉੱਪਰ ਰੱਖ ਕੇ ਨੀਚੇ ਮੈਂ ਲਿਖਿਆ 3, ਤਾਂ ਕਿ 3 5 ਬਣ ਗਿਆ 15। ਚੌਥਾ ਨੰਬਰ ਹੈਗਾ ਮੇਰਾ
5 ਦੀ ਪਾਵਰ 100 50 ਉੱਪਰ ਰੱਖਿਆ ਐਂਡ ਅੰਦਰ ਮੈਨੂੰ ਕੀ ਚਾਹੀਦਾ 2 ਤਾਂ ਕਿ 2 5 10 ਇਹ ਮੇਰਾ 100 ਬਣ ਜੇ। ਹੁਣ 2 ਦੀ ਪਾਵਰ ਜਿਹੜੀ 5 ਹੈਗੀ ਆ ਇਹਦਾ ਆਂਸਰ ਕੀ ਆਂਦਾ ਹੈ 32 ਦੀ ਪਾਵਰ 50। ਠੀਕ ਹੈ। 3 ਦੀ ਪਾਵਰ 4 ਕੀ ਆ ਗਈ 3 3 is 9 ਐਂਡ 9 9 is 81 81 ਦੀ ਪਾਵਰ 50। ਠੀਕ ਹੈ। 4 ਦੀ ਪਾਵਰ 3 ਕੀ ਆएगी 4 4 is 16 16 ਤੇ ਆ ਗਿਆ 64 ਦੀ ਪਾਵਰ 50। ਠੀਕ ਹੈ ਜੀ। ਇਹ ਆ ਗਈ 25 ਦੀ ਪਾਵਰ 50। ਠੀਕ ਹੈ। ਹੁਣ ਮੈਂ ਦੇਖਣਾ ਹੈਗਾ ਆ ਕਿ ਕਿਹੜਾ ਨੰਬਰ ਜਿਹੜਾ ਹੈਗਾ ਹੈ ਉਹ ਸਭ ਤੋਂ ਵੱਡਾ ਹੈਗਾ ਹੈ ਕਿਉਂਕਿ 81 ਜਿਹੜਾ ਹੈਗਾ ਸਭ ਤੋਂ ਵੱਡਾ ਹੈਗਾ ਹੈ ਇਸ ਕਰਕੇ ਆਂਸਰ ਕਿਹੜਾ ਕਰੈਕਟ ਆਏਗਾ ਮੇਰਾ ਆਂਸਰ ਮੇਰਾ ਆਏਗਾ 3 ਦੀ ਪਾਵਰ ਜਿਹੜਾ ਆ ਰਿਹਾ 3 ਦੀ ਪਾਵਰ 4 ਵਾਲਾ ਹੈਗਾ 3 ਦੀ ਪਾਵਰ 200। ਸੋ ਆਪਸ਼ਨ ਬੀ ਮੇਰੀ ਜਿਹੜੀ ਹੈਗੀ ਹੈ ਇਹ ਕਰੈਕਟ ਆਪਸ਼ਨ ਹੈਗੀ ਹੈ। ਨੈਕਸਟ ਕੁਐਸਚਨ ਹੈਗਾ ਸਾਡਾ ਜਦੋਂ ਇੱਕ ਸੰਖਿਆ ਨੂੰ 342 ਨਾਲ ਭਾਗ ਕੀਤਾ ਜਾਂਦਾ ਹੈਗਾ ਵੈਨ ਏ ਨੰਬਰ ਇਜ਼ ਡਿਵਾਈਡਡ ਬਾਈ 342 ਉਦੋਂ ਸਾਡੇ ਕੋਲ ਬਾਕੀ ਕਿੰਨਾ ਬਚਦਾ ਹੈਗਾ 47। ਇਹਦਾ ਮਤਲਬ ਸਪੋਜ਼ ਕਰੋ ਇੱਕ ਮਿੰਟ ਜਰਾ ਦੇਖੋ ਸਪੋਜ਼ ਕਰੋ ਕਿ ਸਾਡੇ ਕੋਲ 301 ਨੰਬਰ ਹੈਗਾ ਉਹਨੂੰ ਮੈਂ ਡਿਵਾਈਡ ਕਰ ਰਹੀ ਹੈਗੀ ਆ 342 ਦੇ ਨਾਲ। ਠੀਕ ਹੈ ਜੀ। ਜਿਹੜਾ ਵੀ ਆਏਗਾ ਉਹਨੂੰ ਜਦੋਂ ਮੈਂ ਸੋਲਵ ਕਰ ਰਹੀ ਹਾਂ ਤੇ ਮੇਰੇ ਕੋਲ ਰਿਮਾਈਂਡਰ ਨੀਚੇ ਕੀ ਬਚ ਰਿਹਾ ਹੈਗਾ 47। ਠੀਕ ਹੈ। ਇਹਨੂੰ ਮੈਂ ਕਿਸ ਤਰੀਕੇ ਨਾਲ ਲਿਖ ਸਕਦੀ n ਨੰਬਰ ਕੀ ਬਣੇਗਾ ਮੇਰੇ ਕੋਲ ਜਿਹੜਾ ਵੀ ਨੰਬਰ ਹੈਗਾ 342 ਨੂੰ ਜਦੋਂ ਮੈਂ q ਨਾਲ ਗੁਣਾ ਕਰ ਦਿੰਨੀ ਆ ਤੇ ਪਲੱਸ 47 ਜਿਹੜਾ ਬਚਦਾ ਆ ਉਹਨੂੰ ਜਦੋਂ ਮੈਂ ਜੋੜਦੀ ਨਹੀਂ ਤੇ ਮੇਰੇ ਕੋਲ ਅਸਲੀ ਰਕਮ ਬਣ ਜਾਂਦੀ ਆ। ਫਿਰ ਕਹਿੰਦੇ ਕਿ ਜਦੋਂ ਉਹੀ ਨੰਬਰ ਜਿਹੜਾ ਹੈਗਾ ਉਹਨੂੰ ਮੈਂ 19 ਨਾਲ ਡਿਵਾਈਡ ਕਰਦੀ ਆ ਉਹੀ ਨੰਬਰ ਜਦੋਂ ਮੈਂ ਉਹਨੂੰ 19 ਨਾਲ ਭਾਗ ਕਰੂੰਗੀ ਤੇ ਮੇਰੇ ਕੋਲ ਕੀ ਰਿਮਾਈਂਡਰ ਬਚੇਗਾ। ਠੀਕ ਹੈ। ਕੀ ਮੇਰੇ ਕੋਲ ਬਾਕੀ ਬਚੇਗਾ ਮੈਂ ਕੀ ਕਰੂੰਗੀ ਇਸ ਇਕੁਏਸ਼ਨ ਨੂੰ ਪਹਿਲੀ ਇਕੁਏਸ਼ਨ ਨੂੰ n/19 ਕਰ ਦੂੰਗੀ ਇਹਨੂੰ ਮੈਂ 19 ਨਾਲ ਡਿਵਾਈਡ ਕੀਤਾ 342 ਗੁਣਾ q ਨੂੰ ਵੀ 19 ਨਾਲ ਡਿਵਾਈਡ ਕਰੂੰਗੀ ਪਲੱਸ 47 ਨੂੰ ਵੀ ਮੈਂ ਕੀ ਕਰੂੰਗੀ 19 ਨਾਲ ਡਿਵਾਈਡ ਕਰੂੰਗੀ। ਠੀਕ ਹੈ। 342 ਨੂੰ ਜਦੋਂ ਮੈਂ 19 ਨਾਲ ਭਾਗ ਕੀਤਾ ਉਹ ਮੇਰਾ ਕੀ ਆ ਗਿਆ 18 ਇਹ q ਦਾ q ਆ ਗਿਆ 47 ਨੂੰ ਜਰਾ 19 ਨਾਲ ਡਿਵਾਈਡ ਕਰਕੇ ਵੇਖੀਏ ਕੀ ਬਣਦਾ ਆ। ਠੀਕ ਹੈ। 19 1 19 19 2 ਆ ਗਿਆ ਮੇਰਾ 38 ਤੇ ਰਿਮਾਈਂਡਰ ਮੇਰਾ ਕੀ ਆ ਗਿਆ 9। ਇਹਦਾ ਮਤਲਬ 47 ਨੂੰ ਜਦੋਂ ਮੈਂ 19 ਨਾਲ ਭਾਗ ਕੀਤਾ ਉਹ ਮੇਰਾ ਆਂਸਰ ਕੀ ਆ ਗਿਆ ਇੱਥੇ ਮੈਂ ਥੋੜਾ ਇੱਥੇ ਕਰਕੇ ਲਿਖ ਲਗੀ ਮੇਰਾ ਆ ਗਿਆ 2 ਜੋੜ 9/19। ਇਹਦੇ ਮਤਲਬ ਮੇਰੇ ਕੋਲ ਰਿਮਾਈਂਡਰ ਕਿੰਨਾ ਅਜੇ ਬਚ ਰਿਹਾ ਹੈਗਾ 9। ਠੀਕ ਹੈ। ਤੇ ਇਹਦੀ ਆਪਸ਼ਨ ਕਿਹੜੀ ਕਰੈਕਟ ਆਪਸ਼ਨ ਆਏਗੀ ਆਪਸ਼ਨ ਨੰਬਰ 1। ਠੀਕ। ਨੈਕਸਟ ਕੁਐਸਚਨ ਸਾਡਾ ਮੈਥ ਪੋਰਸ਼ਨ ਦਾ ਲਾਸਟ ਕੁਐਸਚਨ ਹੈਗਾ ਸਾਡਾ ਕੁਐਸਚਨ ਨੰਬਰ 20 x ਦੀ ਵੈਲਿਊ ਪਤਾ ਕਰਨੀ ਹੈ। ਹੁਣ ਦੇਖੋ ਇਸ ਕੰਡੀਸ਼ਨ ਦੇ ਵਿੱਚ ਇਹਨਾਂ ਨੇ 1 ਡਿਗਰੀ ਸਾਨੂੰ 60 ਦਿੱਤੀ ਹੋਈ ਆ ਦੋ ਸਾਨੂੰ ਲਾਈਨਸ ਜਿਹੜੀਆਂ ਹੈਗੀ ਇਸ ਪਾਸੇ ਵੀ ਬਰਾਬਰ ਦਿੱਤੀਆਂ ਆ। ਠੀਕ ਹੈ। ਇਸ ਪਾਸੇ ਨਾਲੇ ਇਹਦਾ ਡਿਗਰੀ ਦਾ ਮੇਜਰ ਦਿੱਤਾ ਹੋਇਆ x ਜਿਹੜਾ ਕਿ ਅਸੀਂ ਪਤਾ ਕਰਨਾ ਨਾਲ ਹੀ ਦੂਜੇ ਪਾਸੇ ਸਾਨੂੰ ਇਸ ਲਾਈਨ ਦੇ ਬਰਾਬਰ ਇਸ ਲਾਈਨ ਵੀ ਦਿੱਤੀ ਹੋਈ ਆ। ਠੀਕ ਹੈ ਜੀ। ਹੁਣ ਸਾਨੂੰ ਪਤਾ ਹੈਗਾ ਕਿ ਲਾਈਨਸ ਦੇ ਆਪੋਜ਼ਿਟ ਜਿਹੜੇ ਐਂਗਲਸ ਹੁੰਦੇ ਆ ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ ਆਰ ਆਲਵੇਜ਼ ਇਕੁਅਲ। ਠੀਕ ਹੈ। ਹੁਣ ਦੇਖੋ ਪਹਿਲੀਆਂ ਦੋ ਸਾਈਡਸ ਇਕੁਅਲ ਹੈਗੀ ਇਹਦਾ ਮਤਲਬ ਆ ਐਂਗਲ ਵੀ x ਹੈਗਾ ਤੇ ਆ ਵਾਲਾ ਐਂਗਲ ਵੀ x ਹੋਏਗਾ। ਠੀਕ ਹੈ ਜੀ। ਹੁਣ ਆ ਦੋ ਭੁਜਾਵਾਂ ਵੀ ਇਕੁਅਲ ਆ है ना ਇਹਦਾ ਮਤਲਬ ਆ ਦੋ ਐਂਗਲਸ ਵੀ ਇਕੁਅਲ ਹੋਣਗੇ। ਮੰਨ ਲੈਨੇ ਇਹਨੂੰ ਮੈਂ y ਮੰਨ ਲੈਂਦੀ ਆ। ਠੀਕ ਹੈ ਜੀ। ਮੰਨ ਲੈਨੇ ਕਿ ਆ ਦੋਵੇਂ ਐਂਗਲ y ਹੈਗੇ ਸੇਮ ਹੈਗੇ। ਹੁਣ ਇਹਨੂੰ ਕਿਵੇਂ ਸੋਲਵ ਕਰਨਾ ਦੇਖੋ x ਤੇ x ਹੈਗੇ ਦੋਵੇਂ ਇਸ ਪਾਸੇ ਦੋਵੇਂ y ਹੈਗੇ। ਠੀਕ ਹੈ। ਹੁਣ ਤੁਸੀਂ ਗੌਰ ਕਰਕੇ ਦੇਖਣਾ ਹੈਗਾ ਆ ਇਹ ਵਾਲੇ ਟ੍ਰਾਇੰਗਲ ਵਿੱਚ। ਠੀਕ ਹੈ। ਟ੍ਰਾਇੰਗਲ ਇੱਥੇ ਲਿਖ ਦਿੰਨੀ ਆ BCD ਵਿੱਚ ਮੈਂ ਜੇ ਤੁਹਾਨੂੰ ਕਹਾਂ ਕਿ ਸੈਂਟਰ ਵਾਲਾ ਐਂਗਲ ਠੀਕ ਹੈ ਸੈਂਟਰ ਵਾਲਾ ਐਂਗਲ ਇਹਨੂੰ ਮੈਂ ਲਿਖ ਦਿੰਨੀ ਆ ਐਂਗਲ CBD ਐਂਗਲ CBD ਵਿੱਚ ਜਦੋਂ ਮੈਂ y + y ਕਰਦੀ ਹੈਗੀ ਆ ਤੇ ਇਹ ਮੇਰਾ ਕਿਹਦਾ ਆਂਦਾ ਆ 180 ਦੇ ਬਰਾਬਰ ਕਿਉਂਕਿ ਮੈਨੂੰ ਪਤਾ ਹੈ ਕਿ ਤਿੰਨ ਐਂਗਲਸ ਦਾ ਜੋੜ ਕਿੰਨਾ ਹੁੰਦਾ ਹੈ 180। ਨਾਲ ਹੀ ਜਦੋਂ ਲੀਨੀਅਰ ਪੇਅਰ ਦੀ ਗੱਲ ਕਰਦੀ ਮੈਂ ਕੀ ਕਰ ਸਕਦੀ ਆ ਮੈਂ ਲਿਖ ਸਕਦੀ ਆ x ਜੋੜ 60 ਜੋੜ ਐਂਗਲ ਇਹੀ ਵਾਲਾ CBD ਆ ਵੀ ਕਿਹਦੇ ਬਰਾਬਰ ਆਉਂਦਾ ਹੈ 180 ਡਿਗਰੀ ਦੇ ਬਰਾਬਰ। ਠੀਕ ਹੈ ਜੀ। ਇੱਕ ਪਾਸੇ ਮੈਂ ਕੀ ਕਿਹਾ ਟ੍ਰਾਇੰਗਲ ਦੇ ਤਿੰਨ ਐਂਗਲਸ ਦਾ ਜੋੜ 180 ਹੈ ਦੂਜੇ ਪਾਸੇ ਮੈਂ ਕੀ ਕਿਹਾ x ਜੋੜ ਆ ਵਾਲਾ ਐਂਗਲ ਜੋੜ 60 ਡਿਗਰੀ ਵੀ 180 ਦੇ ਬਰਾਬਰ ਹੈ। ਇਹਦਾ ਮਤਲਬ ਮੈਂ ਕੀ ਕਰ ਸਕਦੀ ਹਾਂ ਜਦੋਂ ਰਾਈਟ ਹੈਂਡ ਸਾਈਡ ਬਰਾਬਰ ਹੈਗੀ ਮੈਂ ਲਿਖ ਸਕਦੀ ਹਾਂ ਕਿ ਆਹ ਵਾਲੀਆਂ ਭੁਜਾਵਾਂ ਜਿਹੜੀਆਂ ਆਹ ਵਾਲੀਆਂ ਸੌਰੀ ਦੋਵੇਂ ਸਾਈਡਸ ਜਿਹੜੀਆਂ ਹੈਗੀਆਂ ਉਹ ਬਰਾਬਰ ਹੈਗੀਆਂ। ਠੀਕ ਹੈ ਜੀ। ਇੱਥੋਂ ਮੈਂ ਕੀ ਲਿਖਦੀ ਅੱਗੇ ਲਿਖਦੀ ਨਹੀਂ ਦੇਖੋ ਉੱਪਰ ਵਾਲੀ ਤੋਂ ਮੈਂ ਕੀ ਬਣਾਇਆ 2y ਦੇ ਵਿੱਚ ਜੋੜਦੀ ਹਾਂ ਐਂਗਲ CBD ਇਹ ਕਿਹਦੇ ਇਕੁਅਲ ਆ ਜਾਏਗਾ ਐਂਗਲ CBD ਜੋੜ x ਜੋੜ 60 ਡਿਗਰੀ। ਠੀਕ ਹੈ। CBD ਦੋਵੇਂ ਪਾਸੇ ਕੱਟ ਗਿਆ ਇਹਦਾ ਮਤਲਬ y ਐਂਗਲ ਜਿਹੜਾ ਸੀਗਾ ਇੱਕ ਐਂਗਲ ਮੈਂ ਕੀ ਕੱਢਿਆ ਹੈਗਾ x ਜੋੜ 60/2। ਠੀਕ ਹੈ ਜੀ। ਇਹ ਗੱਲ ਸਮਝ ਲੱਗੀ। ਹੁਣ ਮੈਂ ਇੱਕ ਐਂਗਲ ਕੱਢਿਆ ਆ y ਐਂਗਲ ਅਜੇ ਮੈਂ x ਨਹੀਂ ਕੱਢਿਆ।
ठीक है जी। हुण देखो वाई एंगल मैं कढ़ लिया, हुण फिलहाल इनू इरेज करके मैं दोबारा लिखदी हाँ। देखो एक्स एंगल इत्थे सीगा, ठीक है जी, एक्स एंगल इत्थे हैगा, वाई एंगल इत्थे आ, बाहरला एंगल 60 डिग्री हैगा, ठीक है। हुण सानू थ्योरम च पता हैगा कि एक्सटीरियर एंगल इज ऑलवेज इक्वल टू द सम ऑफ द इंटीरियर ऑपोजिट एंगल, मतलब 60 डिग्री जिहड़ी हैगी किहदे इक्वल होएगी, 60 डिग्री किहदे इक्वल आ रही हैगी एक्स, सॉरी 60 डिग्री किहदे इक्वल आ रही है एक्स जोड़ वाई, ठीक है जी। हुण वाई दा माप की सीगा, वाई दा माप मैं की कढ़िया सीगा, ये सीगा मेरा वाई का माप सीगा 60 जोड़ एक्स बटा 2, ठीक है। यह हुण हैगा 60 के बराबर, इनू मैं सॉल्व कर लेनी। 60 की वैल्यू किहदे इक्वल आ गई, ये आ गई 2x प्लस 60 प्लस एक्स बटा 2, ठीक है। इनू इस पासे सॉल्व कर लगी आ दो जिहड़ा सीगा इनू इस पासे मैं मल्टीप्लाई कर देनी, क्रॉस मल्टीप्लाई करके की आ गया 120 किहदे बराबर आ गया 2x प्लस एक्स मेरा आ गया 3x ते प्लस 60, ਇਹਦਾ मतलब 3x की वैल्यू मेरी कितनी आ गई 120 विचों 60 चले गए, ठीक है। 120 माइनस 60 सीगा, ਇਹਦਾ मतलब 3x की वैल्यू की आ गई 60 के बराबर, तो x की वैल्यू मेरी की आ गई 60 बटा 3, ये कट के कितना आ गया x की वैल्यू की आ गई 20 डिग्री, ठीक है जी। ऑप्शन चेक करिए किहड़ी ऑप्शन आ गई, ऑप्शन सी साडी जिहड़ी हैगी है करैक्ट ऑप्शन हैगी है। बेटा साइंस सैक्शन के क्वेश्चन ने, सो क्वेश्चन नंबर 21 है जो कि एक बेटा न्यूमेरिकल दिता होया है। सो यदि स्टेटमेंट है इफ़ द डिस्टेंस बिटवीन द टू मासिस बी डबल्ड द फोर्स बिटवीन दैम विल बिकम, की दिता होया सानू कि कोई दो मासिस है और उन्होंने विचकार दा जिहड़ा डिस्टेंस है या फिर दूरी है उन्होंने की कर दिता गया, डबल किया गया, ठीक है। तो जो उन्होंने डिस्टेंस नू डबल कर दिता जाएगा तो उन्होंने विचकार जिहड़ी बल लगेगी या फोर्स लगेगी वो कितना होएगा, ठीक है। सो देखते हाँ, सपोज करो कि साडे कोल दो बॉडीज़ है, एक पहली जिहड़ी बॉडी है उहदा मास की है m1 है, ठीक है, तो जिहड़ी दूसरी बॉडी है उहदा मास की है m2 है, और इन्हां दे विचकार सपोज करो कितना डिस्टेंस है r है, ठीक है। r इज़ द डिस्टेंस बिटवीन दीज टू बॉडीज़। सो बेटा तुसी यूनीवर्सल लॉ ऑफ ग्रेविटेशन बारे पढ़िया है, सुनिया है। सो की सी यूनीवर्सल लॉ ऑफ ग्रेविटेशन कि द फोर्स ऑफ अट्रैक्शन बिटवीन टू बॉडीज़, कि ये जिहड़ी फोर्स ऑफ अट्रैक्शन या जिन्हों आपां ग्रेविटेशनल फोर्स कहते हैं वो किदे डायरैक्टली प्रोपोर्शनल होंदी है टू द प्रोडक्ट ऑफ देयर मासिस एंड इनवर्सली प्रोपोर्शनल टू द स्केयर ऑफ डिस्टेंस बिटवीन दैम, कि उन्होंने विचकार जिहड़ी दूरी डिस्टेंस है ਉਹਦੇ की होंदी है इनवर्सली प्रोपोर्शनल होंदी है और डायरैक्टली प्रोपोर्शनल होंदी है उन्होंने जिहड़े मासिस आ उन्होंने प्रोडक्ट दे। सो बेटा असीं पढ़िया होया कि जदों असीं इस कॉन्सटेंट ऑफ जिहड़ा डायरैक्टली प्रोपोर्शनल है इनू जो आपां हटांदे आ साडे कोल एक कॉन्सटेंट आंदा है जिन्हों आपां की कहते हैं कॉन्सटेंट ऑफ प्रोपोर्शनैलिटी, दैट इज साडे कोल आंदा है जी, एफ इज इक्वल टू जी m1 इंटू m2 अपॉन आर स्केयर। सो बेटा ये सी साडा यूनीवर्सल लॉ ऑफ ग्रेविटेशन, ठीक है। सो इनू आपां फर्स्ट इक्वेशन मान लेंदे हां। हुण क्वेश्चन के अकॉर्डिंग की सानू दिता होया कि जिद्दां कि दिता होया कि कोई दो बॉडीज़ है, ठीक है। मान लो एक बॉडी का मास m1 है, दूसरी बॉडी का मास m2 है, और इन्हां दे जिहड़ा डिस्टेंस है उन्होंने की कर दिता गया, डबल किया गया, ठीक है। सपोज करो कि जिहड़ा डिस्टेंस इनू की कर दिता, डबल कर दिता। सो साडे कोल फोर्स की होएगी एफ डैश इज इक्वल टू, असी जिहड़ा यूनीवर्सल लॉ ऑफ ग्रेविटेशन लिखिया उहदे अकॉर्डिंग ही लिखांगे, एफ डैश इज इक्वल टू जी m1 इंटू m2 अपॉन आर स्केयर। हुण आर स्केयर की जगह बेटा की आएगा साडे कोल जिहड़ा डिस्टेंस है आर वो कितना बदल गया 2r, इत्थे आ जाएगा 2r तो उहदा आ जाएगा स्केयर। हुण बेटा इनू आपां थोड़ा जिहा सॉल्व करांगे, इत्थे आ जाएगा एफ डैश इज इक्वल टू जी m1 इंटू m2 अपॉन 4r स्केयर, ठीक है। सो बेटा हुण तुसी ध्यान नाल देखो, जेकर तुसी ध्यान नाल देख रहे हो तो तुहानू नज़र आएगा कि जिद्दां इनू आपां फर्स्ट इक्वेशन मन्निया। हुण तुसी देखो कि जिहड़ा ए वाला पोर्शन है जी m1 इंटू m2 अपॉन आर स्केयर ये किते बराबर है, ठीक है। इक्वेशन नंबर फर्स्ट में देखो ध्यान दे नाल, ये किते बराबर आ गया, ए वाली इक्वेशन है इक्वेशन नंबर फर्स्ट, ठीक है। जी m1 इंटू m2 अपॉन आर स्केयर किते बराबर है, एफ के बराबर है। सो इत्थे असी पुट कर लांगे, असी फ्रॉम लिख सकते हैं फ्रॉम इक्वेशन नंबर 1 एंड 2, ठीक है। इक्वेशन नंबर 1 है, साडी इक्वेशन नंबर 2 है। सो एफ डैश कितना आ गया, एफ डैश इज इक्वल टू 1/4 एफ, ठीक है। सो असी देखा कि जदों कोई भी जिहड़े दो मासिस है उन्होंने विचकार जिहड़ा डिस्टेंस उन्होंने डबल कर देंगे हाँ, तो उन्होंने जिहड़ी फोर्स है वो की बन जाती है, द ग्रेविटेशनल फोर्स विल बिकम
1/4 टाइम। सो ਇਹਦਾ ਬੇਟਾ ਕਰੈਕਟ ਆਪਸ਼ਨ ਆਏਗਾ ਇਸ ਕੁਐਸਚਨ ਦਾ ਫਸਟ ਆਪਸ਼ਨ ਦੈਟ ਇਜ਼ 1/4 ਟਾਈਮਸ। ਸੋ ਇਹ ਸੀ ਬੇਟਾ ਸਾਡਾ ਪਹਿਲਾ ਕੁਐਸਚਨ ਸਾਇੰਸ ਸੈਕਸ਼ਨ ਦਾ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 22। ਸੋ ਬੇਟਾ ਕੁਐਸਚਨ ਨੰਬਰ 22 ਵੀ ਸਾਨੂੰ ਇੱਕ ਨੂਮੈਰੀਕਲ ਦਿੱਤਾ ਹੋਇਆ। ਸੋ ਇਹਦੀ ਸਟੇਟਮੈਂਟ ਹੈ ਦ ਵੈਲੋਸਿਟੀ ਆਫ ਅ ਬੋਡੀ ਐਟ ਐਨੀ ਇੰਸਟੈਂਟ ਇਜ਼ 10 ਮੀਟਰ ਪਰ ਸੈਕਿੰਡ। ਕਿ ਕੋਈ ਬੋਡੀ ਹੈ, ਠੀਕ ਹੈ, ਜਿਹਦੀ ਵੈਲੋਸਿਟੀ ਸਾਨੂੰ ਦਿੱਤੀ ਹੋਈ ਹੈ 10 ਮੀਟਰ ਪਰ ਸੈਕਿੰਡ ਐਟ ਐਨੀ ਇੰਸਟੈਂਟ। ਸਾਨੂੰ ਹਜੇ ਟਾਈਮ ਨਹੀਂ ਪਤਾ ਬਟ ਉਹਦੀ ਵੈਲੋਸਿਟੀ ਪਤਾ ਹੈ, ਠੀਕ ਹੈ, ਐਂਡ ਆਫਟਰ 5 ਸੈਕਿੰਡ, ਠੀਕ ਹੈ। ਔਰ ਉਸੇ ਬੋਡੀ ਦੀ ਜਿਹੜੀ ਵੈਲੋਸਿਟੀ ਹੈ 5 ਸੈਕਿੰਡ ਬਾਅਦ ਉਹ ਕਿੰਨੀ ਹੋ ਜਾਂਦੀ ਹੈ 20 ਮੀਟਰ ਪਰ ਸੈਕਿੰਡ। ਸਾਨੂੰ ਇਨੀਸ਼ੀਅਲ ਟਾਈਮ ਨਹੀਂ ਪਤਾ ਬਟ ਬਾਅਦ ਦਾ ਟਾਈਮ ਦੱਸਿਆ ਗਿਆ ਹੈ ਕਿ ਪਹਿਲੇ ਜਿਹੜੀ ਉਹਦਾ ਵੈਲੋਸਿਟੀ ਸੀ ਉਹ 10 ਮੀਟਰ ਪਰ ਸੈਕਿੰਡ ਸੀ ਬਟ 5 ਸੈਕਿੰਡ ਬਾਅਦ ਉਹਦੀ ਵੈਲੋਸਿਟੀ 20 ਮੀਟਰ ਪਰ ਸੈਕਿੰਡ ਹੋ ਜਾਂਦੀ ਹੈ। ਅੱਗੇ ਪੁੱਛਿਆ ਹੋਇਆ ਦ ਵੈਲੋਸਿਟੀ ਐਟ 3 ਸੈਕਿੰਡ ਬਿਫੋਰ ਇਜ਼, ਕਿ 3 ਸੈਕਿੰਡ ਪਹਿਲਾਂ ਉਹਦੀ ਕਿੰਨੀ ਵੈਲੋਸਿਟੀ ਜਿਹੜੀ ਹੈ ਉਹ ਹੋਏਗੀ। ਸੋ ਬੇਟਾ ਕੁਐਸਚਨ ਦੇ ਵਿੱਚ ਜੋ ਵੀ ਸਾਨੂੰ ਗਿਵਨ ਹੈ ਉਹ ਅਸੀਂ ਪਹਿਲੇ ਲਿਖਾਂਗੇ, ਠੀਕ ਹੈ। ਜਦੋਂ ਵੀ ਆਪਾਂ ਨੂਮੈਰੀਕਲ ਸੋਲਵ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਕੀ ਲਿਖਦੇ ਹਾਂ, ਸਾਨੂੰ ਕੀ ਗਿਵਨ ਹੈ। ਸੋ ਬੇਟਾ ਸਾਨੂੰ ਗਿਵਨ ਕੀ ਹੈ ਕਿ ਜਿਹੜੀ ਦ ਵੈਲੋਸਿਟੀ ਆਫ ਅ ਬੋਡੀ ਐਟ ਐਨੀ ਇੰਸਟੈਂਟ ਇਜ਼, ਠੀਕ ਹੈ। ਸਾਨੂੰ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ ਇਨੀਸ਼ੀਅਲ ਵੈਲੋਸਿਟੀ। ਸੋ ਇਨੀਸ਼ੀਅਲ ਵੈਲੋਸਿਟੀ ਨੂੰ ਅਸੀਂ ਕੀ ਮੰਨਾਂਗੇ vi, ਠੀਕ ਹੈ। ਕਿਸ ਤਰ੍ਹਾਂ ਡਿਨੋਟ ਕਰਾਂਗੇ, vi ਇਜ਼ ਇਕੁਅਲ ਟੂ ਕਿੰਨਾ ਦਿੱਤਾ ਹੋਇਆ ਸਾਨੂੰ 10 ਮੀਟਰ ਪਰ ਸੈਕਿੰਡ, ਠੀਕ ਹੈ। ਔਰ ਟਾਈਮ ਸਾਨੂੰ ਦਿੱਤਾ ਹੋਇਆ ਹੈ 5 ਸੈਕਿੰਡ, ਠੀਕ ਹੈ। ਤੇ ਜਿਹੜੀ vf ਹੈ ਫਾਈਨਲ ਵੈਲੋਸਿਟੀ ਸਾਨੂੰ ਦਿੱਤੀ ਹੋਈ ਹੈ 20 ਮੀਟਰ ਪਰ ਸੈਕਿੰਡ, ਠੀਕ ਹੈ। ਤੇ ਅਸੀਂ ਟਾਈਮ ਜਿਹੜਾ ਹੈ ਮਤਲਬ ਬਿਫੋਰ 3 ਹੈ ਤਾਂ -3 ਸੈਕਿੰਡ ਤੇ ਉਹਦੀ ਅਸੀਂ ਕੱਢਣੀ ਆ ਵੈਲੋਸਿਟੀ, ਠੀਕ ਹੈ। ਸੋ ਬੇਟਾ ਹੁਣ ਇੱਥੇ ਅਸੀਂ ਕੀ ਕਰਾਂਗੇ, ਜਿਹੜੀ ਇਕੁਏਸ਼ਨਸ ਆਫ ਮੋਸ਼ਨ ਤੁਸੀਂ ਪੜ੍ਹੀ ਹੋਈ ਹੈ ਤੇ ਇੱਥੇ ਜਿਹੜੀ ਅਸੀਂ ਯੂਜ਼ ਕਰਾਂਗੇ ਉਹ ਹੈ v ਇਜ਼ ਇਕੁਅਲ ਟੂ u ਪਲਸ at, ਠੀਕ ਹੈ। ਅਸੀਂ ਇਹ ਵਾਲੀ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰਾਂਗੇ। ਸੋ ਪਰ ਬੇਟਾ ਅੱਗੇ ਜਿਹੜਾ ਨੂਮੈਰੀਕਲ ਹੈ ਉਹਨੂੰ ਸੋਲਵ ਕਰਨ ਤੋਂ ਪਹਿਲਾਂ ਸਾਨੂੰ ਕਿਹੜੀ ਵੈਲਿਊ ਦੀ ਲੋੜ ਹੈ, ਸਾਡੇ ਕੋਲ u ਵੀ ਹੈ t ਵੀ ਹੈ ਬਟ ਸਾਨੂੰ a ਦੀ ਵੈਲਿਊਜ਼ ਰਿਕੁਆਇਰਡ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਐਸਲੇਸ਼ਨ ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਸੋ ਸਾਨੂੰ ਪਤਾ ਹੈ ਵਾਟ ਇਜ਼ ਐਸਲੇਸ਼ਨ, ਐਸਲੇਸ਼ਨ ਇਜ਼ the rate of change of velocity। so a is equal to v upon t, ਇਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ ਐਸਲੇਸ਼ਨ ਨੂੰ। ਸੋ ਹੁਣ ਸਾਡੇ ਕੋਲ ਬੇਟਾ ਕੀ ਵੈਲੋਸਿਟੀ ਇੱਕ ਨਹੀਂ ਹੈ, ਅਸੀਂ ਵੈਲੋਸਿਟੀ ਦੀ ਵੈਲਿਊ ਪੁੱਟ ਕਰਾਂਗੇ। ਹੁਣ ਇੱਕ ਵੈਲੋਸਿਟੀ ਨਹੀਂ ਹੈ ਸਾਡੇ ਕੋਲ, ਦੋ ਵੈਲੋਸਿਟੀ ਹੈ। a is equal to v upon t। ਸੋ v ਦੀ ਵੈਲਿਊ ਕੀ ਹੋਏਗੀ, ਫਾਈਨਲ ਮਾਈਨਸ ਇਨੀਸ਼ੀਅਲ, vf ਮਾਈਨਸ vi ਡਿਵਾਈਡਡ ਬਾਈ 2। ਸੋ vf ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ, vf ਸਾਡੇ ਕੋਲ ਹੈ 20 ਐਂਡ vi is 10। ਔਰ ਟਾਈਮ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, ਟਾਈਮ ਦੀ ਵੈਲਿਊ ਆ ਜਾਏਗੀ 5। ਸੋ ਇਹਨੂੰ ਆਪਾਂ ਸੋਲਵ ਕਰਾਂਗੇ। 20 ਵਿੱਚੋਂ ਆਪਾਂ 10 ਮਾਈਨਸ ਕਰਾਂਗੇ, ਕਿੰਨਾ ਆਏਗਾ 10 ਡਿਵਾਈਡਡ ਬਾਈ 5, ਦੈਟ ਇਜ਼ ਕਿੰਨਾ ਆਂਸਰ ਆ ਗਿਆ ਸਾਡੇ ਕੋਲ, ਸਾਡੇ ਕੋਲ ਆ ਗਿਆ ਆਂਸਰ 2 ਮੀਟਰ ਪਰ ਸੈਕਿੰਡ ਸਕੁਅਰ। ਮੀਟਰ ਪਰ ਸੈਕਿੰਡ ਸਕੁਅਰ ਬੇਟਾ ਕਿਉਂ ਆਇਆ, ਕਿਉਂਕਿ ਸਾਨੂੰ ਪਤਾ ਹੈ ਵੈਲੋਸਿਟੀ ਦੀ ਜਿਹੜੀ ਯੂਨਿਟ ਹੁੰਦੀ ਹੈ ਉਹ ਕੀ ਹੁੰਦੀ ਹੈ, ਵੈਲੋਸਿਟੀ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਡਿਸਟੈਂਸ ਦੀ ਜਿਹੜੀ ਯੂਨਿਟ ਹੈ ਮੀਟਰ ਹੁੰਦੀ ਹੈ, ਟਾਈਮ ਦੀ ਸੈਕਿੰਡ। ਮੀਟਰ ਪਰ ਸੈਕਿੰਡ ਆ ਗਈ ਵੈਲੋਸਿਟੀ ਦੀ ਯੂਨਿਟ। ਤੇ ਜਦੋਂ ਆਪਾਂ ਆਈਸੋਲੇਸ਼ਨ ਫਾਈਂਡ ਆਊਟ ਕਰਿਆ ਦੈਟ ਇਜ਼ v ਅਪੋਨ t, ਤੇ ਮੀਟਰ ਪਰ ਸੈਕਿੰਡ ਡਿਵਾਈਡਡ ਬਾਈ ਸੈਕਿੰਡ, ਤਾਂ ਸਾਡੇ ਕੋਲ ਕੀ ਆ ਜਾਂਦਾ ਹੈ ਮੀਟਰ ਪਰ ਸੈਕਿੰਡ ਇਨਵਰਸ ਸਕੁਅਰ, ਠੀਕ ਹੈ। ਸੋ ਹੁਣ ਨੈਕਸਟ ਜਿਹੜਾ ਆਪਾਂ ਕੁਐਸਚਨ ਤੇ ਆਉਂਦੇ ਆ ਕਿ ਅਸੀਂ ਫਾਈਂਡ ਆਊਟ ਕਰਨਾ ਹੈ ਕਿ 3 ਸੈਕਿੰਡ ਤੋਂ ਪਹਿਲਾਂ ਜਿਹੜੀ ਸੀ ਉਹਦੀ ਕੀ ਵੈਲੋਸਿਟੀ ਹੋਏਗੀ। ਸੋ ਵੀ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰ ਰਹੇ ਹਾਂ ਇਕੁਏਸ਼ਨ ਆਫ ਮੋਸ਼ਨ ਦਾ, v ਇਜ਼ ਇਕੁਅਲ ਟੂ u ਪਲਸ 80। ਹੁਣ ਆਪਾਂ ਬੇਟਾ ਇੱਥੇ ਵੈਲਿਊਜ਼ ਪੁੱਟ ਕਰਾਂਗੇ, v ਇਜ਼ ਇਕੁਅਲ ਟੂ u ਪਲਸ 80। ਹੁਣ ਬੇਟਾ u ਕੀ ਯੂਜ਼ ਕਰਾਂਗੇ, u ਅਸੀਂ ਯੂਜ਼ ਕਰਾਂਗੇ ਇਨੀਸ਼ੀਅਲ ਵੈਲੋਸਿਟੀ, ਠੀਕ ਹੈ। ਅਸੀਂ ਇਹ ਵਾਲੀ ਵੈਲੋਸਿਟੀ ਨਹੀਂ ਆਫਟਰ 5 ਸੈਕਿੰਡ ਵਾਲੀ ਨਹੀਂ ਯੂਜ਼ ਕਰਨੀ, ਬਿਕੋਜ਼ ਉਹ ਸਾਡੀ ਫਾਈਨਲ ਵੈਲੋਸਿਟੀ ਸੀ ਇਹ ਵਾਲੀ 20 ਮੀਟਰ ਪਰ ਸੈਕਿੰਡ। ਅਸੀਂ ਯੂਜ਼ ਕਰਾਂਗੇ ਇਨੀਸ਼ੀਅਲ ਵਾਲੀ ਜਿੱਦਾਂ ਸਾਨੂੰ ਟਾਈਮ ਨਹੀਂ ਪਤਾ ਸੀ, ਪਹਿਲੇ ਵਾਲੀ ਸਟਾਰਟਿੰਗ ਵਾਲੀ, ਦੈਟ ਇਜ਼ 10 ਮੀਟਰ ਪਰ ਸੈਕਿੰਡ। ਇੱਥੇ ਆ ਜਾਏਗਾ 10 ਪਲੱਸ ਬੇਟਾ ਸਾਡੇ ਕੋਲ ਐਸੋਲੇਸ਼ਨ ਕਿੰਨਾ ਆਇਆ 2 ਮੀਟਰ ਪਰ ਸੈਕਿੰਡ ਸਕੁਅਰ, 2 ਆ ਗਿਆ। ਤੇ ਜਿਹੜਾ ਟਾਈਮ ਹੈ ਉਹਦੀ ਕਿੰਨੀ ਵੈਲਿਊ ਹੈ, ਟਾਈਮ ਕਿੰਨਾ ਸੀ, ਇੱਥੇ ਕਿੰਨਾ ਟਾਈਮ ਸਾਨੂੰ ਦਿੱਤਾ ਹੋਇਆ ਹੈ -3, ਠੀਕ ਹੈ ਬੇਟਾ। ਮਾਈਨਸ 'ਚ ਲੈਣਾ ਟਾਈਮ, ਪਲੱਸ ਨਹੀਂ ਆਏਗਾ ਕਿਉਂਕਿ ਇਹਨੇ ਪੁੱਛਿਆ ਦ ਵੈਲੋਸਿਟੀ ਐਟ 3 ਸੈਕਿੰਡ ਬਿਫੋਰ ਕਰਕੇ -3। ਇਹਨੂੰ ਆਪਾਂ ਸੋਲਵ ਕਰਾਂਗੇ, 10 -3 2 6 ਤੇ ਕਿੰਨਾ ਆ ਗਿਆ 4।
ਸੋ ਬੇਟਾ ਸਾਡਾ ਆਨਸਰ ਆ ਗਿਆ 4 ਮੀਟਰ। ਵੈਲੋਸਿਟੀ ਹੈ ਮੀਟਰ ਪਰ ਸੈਕਿੰਡ ਸਕੁਅਰ, ਠੀਕ ਹੈ। ਸੋ 3 ਸੈਕਿੰਡ ਪਹਿਲਾਂ ਜਿਹੜੀ ਉਹਦੀ ਵੈਲੋਸਿਟੀ ਹੋਏਗੀ ਉਹ ਕਿੰਨੀ ਹੋਏਗੀ 4 ਮੀਟਰ ਪਰ ਸੈਕਿੰਡ ਸਕੁਅਰ। ਸੋ ਬੇਟਾ ਸਾਡਾ ਜਿਹੜਾ ਆਪਸ਼ਨ ਨੰਬਰ ਸੈਕਿੰਡ ਹੈ दैट इज द करेक्ट ऑप्शन। नेक्स्ट क्वेश्चन है क्वेश्चन नंबर 23। विच डायग्राम शोज द चाइल्ड एग्जर्टिंग लिस्ट प्रेशर। क्वेश्चन ਦੇ ਵਿੱਚ ਪੁੱਛਿਆ ਹੋਇਆ ਹੈ ਇਸ ਆਕ੍ਰਿਤੀ ਵਿੱਚ ਬੱਚਾ ਜ਼ਮੀਨ ਉੱਪਰ ਸਭ ਤੋਂ ਘੱਟ ਦਬਾਅ ਪਾ ਰਿਹਾ ਹੈ ਕਿ ਕਿਹੜੀ ਆਕ੍ਰਿਤੀ ਜਿਹੜੀ ਹੈ ਜਿਹਦੇ ਵਿੱਚ ਬੱਚਾ ਜ਼ਮੀਨ ਦੇ ਮਤਲਬ ਉੱਤੇ ਸਭ ਤੋਂ ਘੱਟ ਪ੍ਰੈਸ਼ਰ ਪਾ ਰਿਹਾ ਹੈ। ਸੋ ਬੇਟਾ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਪ੍ਰੈਸ਼ਰ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਵਾਟ ਇਜ਼ ਪ੍ਰੈਸ਼ਰ, ਤਾਂ ਹੀ ਤੁਸੀਂ ਇਹ ਕੁਐਸਚਨ ਕਰ ਪਾਓਗੇ। ਸੋ ਬੇਟਾ ਅਸੀਂ ਪੜਿਆ ਹੋਇਆ ਹੈ ਕਿ ਪ੍ਰੈਸ਼ਰ ਕੀ ਹੁੰਦਾ ਹੈ। ਪ੍ਰੈਸ਼ਰ ਡਿਸਕ੍ਰਾਈਬਸ ਹਾਊ ਅ ਫੋਰਸ ਇਜ਼ ਸਪਰੈਡ ਓਵਰ ਐਨ ਏਰੀਆ। ਜਾਂ ਅਸੀਂ ਸਿੰਪਲ ਆਪਣੀ ਕਿਤਾਬ ਦੇ ਵਿੱਚ ਪੜਿਆ ਹੋਇਆ ਹੈ ਪ੍ਰੈਸ਼ਰ ਕੀ ਹੁੰਦਾ ਹੈ। ਪ੍ਰੈਸ਼ਰ ਇਜ਼ ਦ ਫੋਰਸ ਐਕਟਿੰਗ ਪਰ ਯੂਨਿਟ ਏਰੀਆ। ਸੋ ਬੇਟਾ ਅਸੀਂ ਲਿਖ ਸਕਦੇ ਹਾਂ ਕਿ ਪ੍ਰੈਸ਼ਰ ਕੀ ਹੁੰਦਾ ਹੈ P ਇਜ਼ ਇਕੁਅਲ ਟੂ F ਅਪੋਨ A, ਠੀਕ ਹੈ। ਸੋ ਪ੍ਰੈਸ਼ਰ ਕੀ ਹੁੰਦਾ ਪਰ ਯੂਨਿਟ ਏਰੀਆ ਤੇ ਅਸੀਂ ਕਿੰਨੀ ਫੋਰਸ ਲਗਾ ਰਹੇ ਹਾਂ ਉਹਨੂੰ ਕੀ ਕਿਹਾ ਜਾਂਦਾ ਹੈ ਪ੍ਰੈਸ਼ਰ ਕਿਹਾ ਜਾਂਦਾ ਹੈ। ਸੋ ਬੇਟਾ ਯੂ ਕੈਨ ਸੀ देयर आर 4 फिगर डिफरेंट फिगर ओवर हेयर। सो ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਜਿਹੜਾ ਚਾਈਲਡ ਦਾ ਜਿਹੜਾ weight ਹੈ that is constant everywhere। ਸੋ ਇਸ ਫਾਰਮੂਲੇ ਦੇ ਵਿੱਚ ਜਿਹੜਾ ਇਹ F ਹੈ ਇਹ ਪੋਰਸ਼ਨ ਕੀ ਹੈ ਸਾਡੇ ਕੋਲੋਂ constant ਹੈ ਤੇ ਹੁਣ ਸਾਡੇ ਕੋਲੋਂ ਕੀ ਬਚਿਆ ਸਿਰਫ P ਤੇ A, ਠੀਕ ਹੈ। F ਤੇ ਕੀ ਆ ਗਿਆ constant ਆ ਗਿਆ, ਹੁਣ P ਤੇ ਸਿਰਫ A ਹੀ ਬਚਿਆ ਹੈ। ਸੋ what is the relation between area and pressure। ਕੀ ਰਿਲੇਸ਼ਨ ਹੈ they both are inversely proportional to each other, ਠੀਕ ਹੈ। ਔਰ ਕੁਐਸਚਨ ਦੇ ਵਿੱਚ ਸਾਨੂੰ ਕੀ ਫਾਈਂਡ ਆਊਟ ਕਰਨਾ ਹੈ ਕਿ ਲੀਸਟ ਪ੍ਰੈਸ਼ਰ ਜਿਹੜਾ ਹੈ ਕੌਣ ਐਗਜ਼ਰਟ ਕਰ ਰਿਹਾ। ਸੋ ਬੇਟਾ ਸਾਨੂੰ ਪਤਾ ਹੈ ਕਿ ਹੁਣ ਅਸੀਂ ਇਸ ਫਾਰਮੂਲੇ ਤੋਂ ਦੇਖ ਸਕਦੇ ਹਾਂ ਕਿ ਜਿਹੜਾ P ਤੇ ਜਿਹੜਾ A ਹੈ ਇਹ ਦੋਨੋਂ ਕੀ ਹੈ ਇੱਕ ਦੂਸਰੇ ਦੇ ਇਨਵਰਸਲੀ ਪ੍ਰੋਪੋਰਸ਼ਨਲ। ਤੁਸੀਂ ਦੇਖ ਰਹੇ ਹੋ ਨਾ ਕਿ P ਇਜ਼ ਇਨਵਰਸਲੀ, ਹੁਣ ਫੋਰਸ ਕਨਸਟੈਂਟ ਹੈ ਮਾਸ ਕਨਸਟੈਂਟ ਹੈ ਉਹਦੀ ਆਪਾਂ ਗੱਲ ਨਹੀਂ ਕਰਾਂਗੇ। ਜਿਹੜਾ P ਹੈ दैट इज ਇਨਵਰਸਲੀ ਪ੍ਰੋਪੋਰਸ਼ਨਲ ਟੂ A, ਠੀਕ ਹੈ। ਔਰ ਸਾਨੂੰ ਫਾਈਂਡ ਆਊਟ ਕਰਨਾ ਹੈ ਕਿ ਲੀਸਟ ਪ੍ਰੈਸ਼ਰ ਕੌਣ ਐਗਜ਼ਰਟ ਕਰ ਰਿਹਾ। ਸੋ ਲੀਸਟ ਪ੍ਰੈਸ਼ਰ ਦੇ ਲਈ ਕੀ ਹੈ ਹੁਣ ਜਿਹੜੀ ਬੇਟਾ ਇਨਵਰਸਲੀ ਪ੍ਰੋਪੋਰਸ਼ਨਲ ਦਾ ਕੀ ਮਤਲਬ ਹੁੰਦਾ ਇਹ ਚੀਜ਼ ਜੇ ਇਨਕਰੀਜ਼ ਹੋ ਰਹੀ ਹੈ ਤੇ ਜਿਹੜੀ ਦੂਸਰਾ ਹੈ ਜਿਹਦੇ ਨਾਲ ਇਹ ਇਨਵਰਸਲੀ ਪ੍ਰੋਪੋਰਸ਼ਨਲ ਆ ਉਹ ਕੀ ਹੋਏਗੀ ਜੇ ਇਹ ਇਨਕਰੀਜ਼ ਹੋ ਰਹੀ ਹੈ ਤੇ P ਕੀ ਹੋਏਗਾ ਡਿਕਰੀਜ਼ ਹੋਏਗਾ। ਜੇ ਏਰੀਆ ਡਿਕਰੀਜ਼ ਹੋ ਰਿਹਾ ਤੇ P ਕੀ ਹੋਏਗਾ ਇਨਕਰੀਜ਼ ਹੋਏਗਾ ਕਿਉਂਕਿ ਇਹਨਾਂ ਦਾ ਕੀ ਹੈ ਇਨਵਰਸ ਰਿਲੇਸ਼ਨਸ਼ਿਪ ਹੈ। ਇੱਕ ਚੀਜ਼ ਵਧੇਗੀ ਦੂਸਰੀ ਚੀਜ਼ ਘਟੇਗੀ, ਠੀਕ ਹੈ। ਇੱਕ ਚੀਜ਼ ਘਟੇਗੀ ਤੇ ਦੂਸਰੀ ਚੀਜ਼ ਕੀ ਕਰੇਗੀ ਵਧੇਗੀ। ਔਰ ਸਾਨੂੰ ਪਤਾ ਹੈ ਕਿ ਇਸ ਫਾਰਮੂਲੇ ਦੇ ਅਕੋਰਡਿੰਗ ਜੇ ਅਸੀਂ ਲੀਸਟ ਪ੍ਰੈਸ਼ਰ ਫਾਈਂਡ ਆਊਟ ਕਰਨਾ ਹੈ ਤਾਂ ਜਿਹੜਾ A ਹੈ ਇਹ ਕੀ ਹੋਣਾ ਚਾਹੀਦਾ ਇਹ ਮੈਕਸਿਮਮ ਹੋਣਾ ਚਾਹੀਦਾ, ਠੀਕ ਹੈ। ਇਹ ਗ੍ਰੇਟਰ ਹੋਣਾ ਚਾਹੀਦਾ। ਦੇਖੋ ਨਾ A ਵਧੇਗਾ ਤਾਂ ਹੀ P ਘਟੇਗਾ। ਹੁਣ ਇਸ ਫਿਗਰ ਦੇ ਵਿੱਚ ਦੇਖੋ ਕਿ ਕਿੱਥੇ ਸਭ ਤੋਂ ਜ਼ਿਆਦਾ ਏਰੀਆ ਹੈ, ਠੀਕ ਹੈ। ਏਰੀਆ ਮੀਨਸ ਠੀਕ ਹੈ ਕਿੰਨਾ ਜਿਹੜਾ ਸਪੇਸ ਜਿਹੜੀ ਕਵਰ ਕੀਤੀ ਹੋਈ ਹੈ। ਸੋ ਤੁਸੀਂ ਦੇਖ ਰਹੇ ਹੋ ਪਹਿਲੀ ਫਿਗਰ ਦੇ ਵਿੱਚ ਥੋੜਾ ਜਿਹਾ ਏਰੀਆ ਕਵਰ ਕੀਤਾ ਗਿਆ ਹੈ, ਦੂਸਰੀ ਦੇ ਵਿੱਚ ਕਾਫੀ ਜ਼ਿਆਦਾ ਹੈ, ਠੀਕ ਹੈ। ਔਰ ਤੀਸਰੀ ਔਰ ਚੌਥੀ ਦੇ ਵਿੱਚ ਤਾਂ ਬਾਕੀਆਂ ਦੇ ਨਾਲੋਂ ਘੱਟ ਹੀ ਹੈ। ਸੋ ਜਿੱਥੇ ਏਰੀਆ ਜ਼ਿਆਦਾ ਕਵਰ ਹੋ ਰਿਹਾ ਉੱਥੇ ਕੀ ਹੋਏਗਾ ਪ੍ਰੈਸ਼ਰ ਘੱਟ ਹੋਏਗਾ ਅਕੋਰਡਿੰਗ ਟੂ ਦਿਸ ਫਾਰਮੂਲਾ, ਠੀਕ ਹੈ। ਕਿਉਂਕਿ ਅਸੀਂ ਪ੍ਰੈਸ਼ਰ ਦਾ ਹੁਣ ਪੜ੍ਹ ਲਿਆ, ਤੁਹਾਨੂੰ ਇੱਕ ਵਾਰ ਮੈਂ ਰਿਵਾਈਜ਼ ਕਰਾ ਦਿੱਤਾ। ਸੋ ਸਾਡਾ ਜਿਹੜਾ ਕਰੈਕਟ ਆਪਸ਼ਨ ਹੈ ਉਹ ਹੋਏਗਾ ਆਪਸ਼ਨ ਨੰਬਰ B, ਠੀਕ ਹੈ। ਇੱਕ ਵਾਰ ਫੇਰ ਸਮਝਾ ਦਿੰਨੀ ਆ ਬੜਾ ਪ੍ਰੈਸ਼ਰ ਕੀ ਹੁੰਦਾ ਪ੍ਰੈਸ਼ਰ ਇਜ਼ ਦ ਫੋਰਸ ਐਕਟਿੰਗ ਪਰ ਯੂਨਿਟ ਏਰੀਆ, ਠੀਕ ਹੈ। ਯੂਨਿਟ ਏਰੀਆ ਤੇ ਕਿੰਨੀ ਫੋਰਸ ਲੱਗ ਰਹੀ ਹੈ। ਸੋ ਫਿਰ ਅਸੀਂ ਪੜਿਆ ਕਿ ਜਿਹੜਾ ਅਕੋਰਡਿੰਗ ਟੂ ਜਿਹੜਾ ਫਾਰਮੂਲਾ ਅਸੀਂ ਪੜਿਆ ਕਿ ਜਿਹੜਾ ਪ੍ਰੈਸ਼ਰ ਤੇ ਏਰੀਆ ਹੈ ਉਹ ਇੱਕ ਦੂਸਰੇ ਦੇ ਕੀ ਹੁੰਦੇ ਆ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੇ ਆ। ਇਨਵਰਸਲੀ ਪ੍ਰੋਪੋਰਸ਼ਨਲ ਦਾ ਮਤਲਬ ਕੀ ਹੈ ਇੱਕ ਚੀਜ਼ ਵਧੇਗੀ ਤੇ ਦੂਸਰੀ ਘਟੇਗੀ, ਦੂਸਰੀ ਵਧੇਗੀ ਤੇ ਦੂਸਰੀ ਚੀਜ਼ ਹੈ ਉਹ ਘਟੇਗੀ, ਠੀਕ ਹੈ। ਹੁਣ ਅਸੀਂ ਫਾਈਂਡ ਆਊਟ ਕਰਨਾ ਸੀ ਕਿ ਲੀਸਟ ਏਰੀਆ ਜਿਹੜਾ ਹੈ ਉਹ ਕਿਹੜੀ ਫਿਗਰ ਕਵਰ ਕਰ ਰਹੀ ਹੈ। ਸੋ ਇੱਥੇ ਅਸੀਂ ਦੇਖਿਆ ਕਿ ਬੱਚੇ ਦਾ ਮਾਸ ਜਿਹੜਾ ਸੀ ਕਨਸਟੈਂਟ ਸੀ ਹਰ ਜਗ੍ਹਾ ਤੇ F ਕਨਸਟੈਂਟ ਆ ਗਿਆ, ਸਿਰਫ P ਤੇ A ਦਾ ਰਿਲੇਸ਼ਨਸ਼ਿਪ ਬਚਿਆ। ਤੇ ਹੁਣ ਸਾਨੂੰ ਪਤਾ ਹੈ ਇਨਵਰਸਲੀ ਪ੍ਰੋਪੋਰਸ਼ਨਲ ਹੋਣ ਕਰਕੇ ਜਿਹੜਾ A ਹੈ ਜੇ A ਵਧੇਗਾ ਤੇ P ਘਟੇਗਾ, ਠੀਕ ਹੈ। ਇਸ ਕਰਕੇ ਅਸੀਂ ਦੇਖਿਆ ਕਿ ਜਿਹੜਾ ਫਿਗਰ B ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਏਰੀਆ ਹੈ ਸੋ ਪ੍ਰੈਸ਼ਰ ਵੀ ਉਹਦੇ ਵਿੱਚ ਸਭ ਤੋਂ ਘੱਟ ਹੋਏਗਾ, ਠੀਕ ਹੈ। ਨੈਕਸਟ ਕਮ ਟੂ ਬੇਟਾ ਨੈਕਸਟ ਸਾਨੂੰ ਦਿੱਤਾ ਹੈ ਕੁਐਸਚਨ ਨੰਬਰ 24 ਅਕੋਰਡਿੰਗ ਟੂ ਡਾਇਗਰਾਮ ਅ ਗਰਲ। ਬੇਟਾ ਨੈਕਸਟ ਸਾਨੂੰ ਦਿੱਤਾ ਹੈ ਕੁਐਸਚਨ ਨੰਬਰ 24 ਅਕੋਰਡਿੰਗ ਟੂ ਡਾਇਗਰਾਮ ਅ ਗਰਲ ਸਟੈਂਡਿੰਗ 150 ਮੀਟਰ ਇਨ ਫਰੰਟ ਆਫ ਅ ਟਾਲ ਬਿਲਡਿੰਗ fires a shoot using a starting pistol. A boy standing 350 meter from the girl hears two bangs 1 second apart.
from this information what is the speed of sound in air। बेटा देखो की दिता होया सानू क्वेश्चन दे विच डायग्राम च देखो कि एक लड़की है, गर्ल है देखो, ते एक बिल्डिंग है, ते एक जिहड़ी लड़की है वो बिल्डिंग दे सामने खड़ी है ते बिल्डिंग ते ओहदा डिस्टेंस कितना है 150 मीटर। ठीक है, उस तो बाद सानू दिता होया है कि शी फायर्स अ शूट यूजिंग अ स्टार्टिंग पिस्टल, कि उस लड़की दे कोल की है एक पिस्टल है, ਉਹਦੇ ਚੋਂ ਕੀ ਕਰਦੀ ਹੈ फायर करती है। और उस तो बाद सानू दिता होया है कि अ बॉय स्टैंडिंग 350 मीटर फ्रॉम द गर्ल, कि ये लड़का जड़ा है वो लड़की तो किन्ने डिस्टेंस ते खड़ा है 350 मीटर ते, एंड ही हेयर्स टू बैंक्स 1 सेकेंड अपार्ट, कि जदों लड़की पिस्टल तो फायर शूट करती है तो वो लड़का 1 सेकेंड के अंतराल दे विच जड़ा है दो धड़ाके सुनता है। सो असी इस जिहड़ी सानू इंफॉर्मेशन दिती हुई है ਉਹਦੇ अकॉर्डिंग असी लिख सकते हाँ कि द टाइम डिफरेंस बिटवीन द गिवन साउंड इज़ 1 सेकेंड, दैट इज़ असी लिख सकते हाँ T2 माइनस T1 इज़ इक्वल टू 1 सेकेंड। ठीक है, तो सानू क्वेश्चन दे विच हुण फाइंड आउट की करना है, सानू फाइंड आउट करना है इस जानकारी अनुसार हवा विच धुनी दी चाल कितनी है। फ्रॉम दिस इंफॉर्मेशन व्हाट इज़ द स्पीड ऑफ साउंड इन एयर, मीनस सानू स्पीड ऑफ साउंड जिहड़ी है उस टाइम जिहड़ी साउंड जनरेट हुई है उसदी स्पीड सानू फाइंड आउट करनी है। ठीक है, तो हुण असी सानू क्वेश्चन दे विच जिहड़ी कंडीशन दित्ती हुई सी कि जिहड़ा टाइम डिफरेंस है वो कितना है 1 सेकेंड है, तो असी लिख लिया T2 माइनस T1 इज़ इक्वल टू 1। ठीक है, हुण बेटा बारी बारी असी T2 ते T1 की वैल्यू की करांगे इहदे च पुट करांगे। सानू बेटा पता है कि टाइम का की फॉर्मूला है। ठीक है, ਉਹਦੇ ਲਈ ਅਸੀਂ ਜਿੱਦਾਂ ਅਸੀਂ ਪੜਿਆ ਹੋਇਆ ਹੈ ਕਿ ਸਪੀਡ ਕੀ ਹੁੰਦਾ ਹੈ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਠੀਕ ਹੈ, ਕਿ ਇੱਕ ਜਿੱਦਾਂ ਕਿਸੇ ਗਿਵਨ ਟਾਈਮ ਤੇ ਕਿੰਨਾ ਡਿਸਟੈਂਸ ਟਰੈਵਲ ਕੀਤਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਸਪੀਡ ਕਹਿੰਦੇ ਹਾਂ। ਠੀਕ ਹੈ, ਸੋ ਹੁਣ ਇੱਥੇ ਅਸੀਂ ਵਾਰੀ ਵਾਰੀ T2 ਤੇ T1 ਦੀ ਵੈਲਿਊ ਫਾइंड आउट करांगे। पता है कि स्पीड की हुंदा है डिस्टेंस अपॉन टाइम। ठीक है, तो साडे कोल बेटा T1 की आ जाएगा, T1 की वैल्यू साडे कोल आ जाएगी। पहले आप फॉर्मूला लिख लैंदे हैं कि स्पीड का की फॉर्मूला हुंदा है, स्पीड इज़ इक्वल टू डिस्टेंस अपॉन टाइम। ठीक है, इत्थे मैं थोड़ा जिहा लिख लिया स्पीड इज़ इक्वल टू डिस्टेंस अपॉन टाइम, यह फॉर्मूला लिख लिया ताकि तुहानूं अगे सॉल्व करना ईजी हो जाए। सो बेटा इत्थे देखो साडे कोलों इत्थे आपां लिख सकते हैं स्पीड इज़ इक्वल टू डिस्टेंस अपॉन टाइम। सो T2 साडे कोल की आ जाएगा, T2 आ जाएगा साडे कोलों D2 अपॉन, इत्थे बेटा टाइम फाइंड आउट करना है तो इत्थे असीं लिख लांगे D2 अपॉन, इत्थे S या V लिख सकते हैं, माइनस T1 की जगह की आ जाएगा D1 अपॉन V इज़ इक्वल टू 1। सो बेटा हुण नैक्सट असीं सॉल्व कर रहे हैं, असीं देख रहे हैं कि इन्हां दोवां दे विच की है स्पीड या वेलोसिटी जिहड़ी है कॉमन आ रही है। सो असीं लिखांगे D2 माइनस D1 इज़ इक्वल टू V। ठीक है, D2 माइनस D1 इज़ इक्वल टू V। हुण बेटा असीं वारी वारी इहदे च की करांगे D2 ते D1 की वैल्यू की करांगे पुट करांगे, तो उहदे नाल जदों आपां फिर सॉल्व करांगे साडे कोल स्पीड ऑफ साउंड इन एयर आ जाएगी। ठीक है, हुण साडे कोल जिहड़ा इस टाइम मेन जिहड़ा स्टैप है वो की है D2 ते असीं D1 फाइंड आउट करना है। ठीक है, सब तो पहला बेटा तुहानूं मैं साइड ते D1 फाइंड आउट करके दस दिंनी आ। D1 किद्दां आएगा बेटा, D1 किद्दां आएगा, तुसीं देखिआ कि जदों लड़की ने फायर शूट कीता ते की होया, साउंड वेव जनरेट हुई। ठीक है, फ्रॉम द गन जदों लड़की ने फायर शूट की साउंड वेव जनरेट हुई तो जिहड़ी साउंड सीगी वो दो डायरैक्शन दे विच गई। ठीक है, लड़के दे तरफ भी गई, इट ट्रैवल बोथ टूवर्ड द बॉय एज वैल एज बिल्डिंग। ठीक है, जिद्दां ही इन्हें फायर शूट की तो जिहड़ी साउंड सीगी एक तो बॉय की तरफ गई तो उस टाइम ते जिहड़ी साउंड सीगी वो किस तरफ गई, बिल्डिंग की तरफ गई। तो साडे कोल आ जाएगा D1। D1 कितना आ जाएगा साडे कोल, कितना डिस्टेंस है। ठीक है, जिहड़ी जदों ने फायर शूट की तो इत्थों तो लैके जदों आवाज़ बॉय तक गई, गर्ल तो लैके बॉय तक, तो वो कितना डिस्टेंस सी 350 मीटर। ठीक है, तो बेटा साडे कोल D1 कितना आ गया 350 मीटर। हुण असीं फाइंड आउट करांगे D2। तो बेटा ਇਹਦੇ ਵਿੱਚ ਕਿਹੜਾ ਕਨਸੈਪਟ ਯੂਜ਼ ਹੋ ਰਿਹਾ ਹੈ, ਇਕੋ ਦਾ ਜਿਹੜਾ ਕਨਸੈਪਟ ਯੂਜ਼ ਹੋ ਰਿਹਾ ਹੈ ਤੁਸੀਂ ਪੜਿਆ ਹੋਇਆ ਹੈ ਸਾਊਂਡ ਵਾਲੇ ਚੈਪਟਰ ਦੇ ਵਿੱਚ ਕਿ ਵਾਟ ਇਜ਼ ਇਕੋ, ਇਕੋ ਕੀ ਹੁੰਦੀ ਹੈ। ठीक है, पढ़िया होया ना तुसी कि इको की हुंदी है बेटा, इको इज़ द साउंड। ठीक है, इको की हुंदी एक साउंड आवाज़ हुंदी है दैट इज़ हर्ड आफ्टर फर्स्ट साउंड ड्यू टू रिफ्लैक्शन ऑफ साउंड फ्रॉम सरफेस। ठीक है, जदों भी कोई आवाज़ किसी सरफेस ते रिफ्लैक्ट करके सानू दोबारा सुनाई दिंदी है उन्होंने आपां की कहंदे हाँ,
ਇਕੋ ਕਹਿੰਦੇ ਆ ਮੀਨਸ ਠੀਕ ਹੈ। ਜਿੱਦਾਂ ਇਹਨੇ ਕੀ ਕੀਤਾ, ਫਾਇਰ ਸ਼ੂਟ ਕੀਤੀ ਹੈ, ਇੱਕ ਆਵਾਜ਼ ਜਿਹੜੀ ਸੀ ਸ਼ੂਟ ਕਰਨ ਤੋਂ ਬਾਅਦ ਨਿਕਲੀ, ਤੇ ਦੂਸਰਾ ਜਦੋਂ ਆਵਾਜ਼ ਉਸੇ ਟਾਈਮ ਕਿਸੇ ਸਰਫੇਸ ਦੇ ਨਾਲ ਟਕਰਾਉਂਦੀ ਹੈ, ਜਾਂ ਇੱਥੇ ਜਿਹੜੀ ਆਵਾਜ਼ ਹੈ ਜਦੋਂ ਬਿਲਡਿੰਗ ਦੇ ਨਾਲ ਟਕਰਾਉਂਦੀ ਹੈ ਫਿਰ ਉਹ ਸੁਣਾਈ ਦਿੱਤੀ ਹੈ, ਉਹਨੂੰ ਆਪਾਂ ਕੀ ਕਵਾਂਗੇ, ਇਕੋ ਕਵਾਂਗੇ। ਸੋ ਬੇਟਾ ਇਕੋ ਦੇ ਵਿੱਚ ਕੀ ਹੁੰਦਾ, ਡਬਲ ਡਿਸਟੈਂਸ ਟਰੈਵਲ ਹੁੰਦਾ ਹੈ। ਇੱਕ ਵਾਰ ਜਦੋਂ ਜਿੱਦਾਂ ਇੱਥੇ ਦੇਖੋ ਡਾਇਗਰਾਮ ਦੇ ਵਿੱਚ ਉਹਨੇ ਫਾਇਰ ਸ਼ੂਟ ਕੀਤੀ, ਠੀਕ ਹੈ, ਆਵਾਜ਼ ਕੀ ਸੀ, ਇੱਧਰ ਗਈ ਬਿਲਡਿੰਗ ਦੇ ਨਾਲ ਟਕਰਾਈ, ਉਸ ਤੋਂ ਬਾਅਦ ਉਹ ਫਿਰ ਰਿਫਲੈਕਟ ਹੋ ਕੇ ਵਾਪਸ ਆਈ, ਤੇ ਇੱਥੇ ਬੇਟਾ ਡਿਸਟੈਂਸ ਕੀ ਹੋ ਗਿਆ, ਡਬਲ ਹੋ ਗਿਆ। ਅਸੀਂ ਪੜ੍ਹਿਆ ਵੀ ਹੋਇਆ ਕਿ ਜਿਹੜਾ ਫਾਰਮੂਲਾ ਹੁੰਦਾ ਹੈ ਇਕੋ ਦਾ, ਡਿਸਟੈਂਸ ਟਰੈਵਲ ਬਾਏ ਅ ਸਾਊਂਡ, ਕਿ ਉਹਦਾ ਫਾਰਮੂਲਾ ਜਿਹੜਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ, ਸਪੀਡ ਆਫ ਸਾਊਂਡ ਮਲਟੀਪਲਾਈ ਬਾय ਟਾਈਮ ਆਫ ਇਕੋ, ਠੀਕ ਹੈ। ਦੈਟ ਇਜ਼ ਅਸੀਂ ਪੜ੍ਹਿਆ ਹੋਇਆ ਕਿ ਜਿਹੜਾ ਡਿਸਟੈਂਸ ਹੁੰਦਾ ਹੈ, ਕੋਈ ਵੀ ਜਿਹੜੀ ਸਾਊਂਡ ਟਰੈਵਲ ਕਰ ਰਹੀ ਹੈ ਇਕੋ, ਜਦੋਂ ਇਕੋ ਜਨਰੇਟ ਹੁੰਦੀ ਹੈ ਤੇ ਉਹ ਹੁੰਦਾ 2D = V × T, ਠੀਕ ਹੈ। ਮੀਨਸ ਇਹਦੇ ਚ ਡਬਲ ਡਿਸਟੈਂਸ ਆ ਜਾਂਦਾ, ਕਿਉਂਕਿ ਇੱਕ ਵਾਰ ਸਾਊਂਡ ਗਈ, ਉਹ ਜਿਹੜਾ ਡਿਸਟੈਂਸ ਉਹਨੇ ਟਰੈਵਲ ਕੀਤਾ ਜਦੋਂ ਵਾਪਿਸ ਆਈ, ਠੀਕ ਹੈ, ਉਸ ਟਾਈਮ ਫਿਰ ਇਹਨਾਂ ਦੋਨਾਂ ਦੇ ਵਿੱਚ ਕੀ ਹੈ, ਡਬਲ ਡਿਸਟੈਂਸ ਟਰੈਵਲ ਹੁੰਦਾ। ਇਸ ਕਰਕੇ ਇੱਥੇ ਆਪਾਂ D ਨਹੀਂ ਲਿਖਦੇ, 2D ਲਿਖਦੇ ਹਾਂ। ਸੋ ਹੁਣ ਆਪਾਂ ਕੀ ਫਾਈਂਡ ਆਊਟ ਕਰਨਾ ਹੈ, D2 ਫਾਈਂਡ ਆਊਟ ਕਰਨਾ ਹੈ। ਸੋ D2 ਸਾਡੇ ਕੋਲ ਕਿੰਨਾ ਹੋ ਜਾਏਗਾ ਬੇਟਾ, ਇੱਕ ਵਾਰ ਦੇਖੋ ਸਾਊਂਡ ਬਿਲਡਿੰਗ ਦੀ ਤਰਫ ਗਈ ਤੇ ਕਿੰਨਾ ਡਿਸਟੈਂਸ ਉਹਨੇ ਟਰੈਵਲ ਕੀਤਾ, 150 ਮੀਟਰ। ਉਸ ਤੋਂ ਬਾਅਦ ਫਿਰ ਸਾਊਂਡ ਇੱਧਰ ਵਾਪਸ ਆਈ, ਫਿਰ ਕਿੰਨਾ ਡਿਸਟੈਂਸ ਟਰੈਵਲ ਕੀਤਾ, 150 ਮੀਟਰ। ਬੇਟਾ ਉਸ ਤੋਂ ਬਾਅਦ ਵੀ ਇੱਕ ਨੈਕਸਟ ਸਟੈਪ ਹੈ ਕਿ ਜਦੋਂ ਉਹਨੇ ਫਾਇਰ ਸ਼ੂਟ ਕੀਤੀ, ਆਵਾਜ਼ ਜਿਹੜੀ ਸੀ ਇੱਕ ਤਾਂ ਲੜਕੇ ਦੀ ਤਰਫ ਗਈ, ਇਹ ਜਿਹੜਾ ਅਸੀਂ D1 ਫਾਈਂਡ ਆਊਟ ਕੀਤਾ ਸੀ। ਦੂਸਰੀ ਬਾਰ ਜਿਹੜੀ 1 ਸੈਕਿੰਡ ਦੇ ਅੰਤਰਾਲ ਦੇ ਵਿੱਚ ਉਹ ਫੇਰ ਸਾਊਂਡ ਸੁਣਦਾ ਹੈ, ਉਹ ਸਾਊਂਡ ਜਿਹੜੀ ਸੀ ਪਹਿਲੇ ਜਦੋਂ ਉਹਨੇ ਫਾਇਰ ਸ਼ੂਟ ਕੀਤਾ ਉਹ ਬਿਲਡਿੰਗ ਦੀ ਤਰਫ ਗਈ, ਫਿਰ ਵਾਪਸ ਆਈ, ਫਿਰ ਉਸ ਤੋਂ ਬਾਅਦ ਉਹ ਫੇਰ ਬॉय ਤੱਕ ਗਈ, ਠੀਕ ਹੈ। ਤੇ ਉਹਦੇ ਵਿੱਚ ਜਿਹੜਾ ਫਿਰ ਟੋਟਲ ਡਿਸਟੈਂਸ ਹੈ ਸਾਊਂਡ ਦਾ ਉਹ ਕਿੰਨਾ ਆ ਜਾਏਗਾ, ਇਹਦੇ ਵਿੱਚ ਆਪਾਂ 350 ਵੀ ਪਲੱਸ ਕਰਾਂਗੇ, ਜਿਹੜਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਡਿਸਟੈਂਸ ਇਹਨੇ ਫਿਰ ਬॉय ਤੱਕ ਪਹੁੰਚਣ ਦੇ ਲਈ ਕਵਰ ਕੀਤਾ। ਸੋ ਇਹਨਾਂ ਸਾਰਿਆਂ ਨੂੰ ਪਲੱਸ ਕਰਕੇ ਸਾਡੇ ਕੋਲ ਬੇਟਾ ਕਿੰਨਾ ਆ ਜਾਂਦਾ, 650 ਆ ਜਾਂਦਾ। ਸੋ ਇਸ ਤਰ੍ਹਾਂ ਬੇਟਾ ਅਸੀਂ D1 ਤੇ D2 ਜਿਹੜਾ ਹੈ ਫਾਈਂਡ ਆਊਟ ਕਰ ਲਿਆ ਹੈ। ਤੇ ਹੁਣ ਅਸੀਂ ਇੱਥੇ ਆਪਣੀ ਵੈਲਿਊਜ਼ ਪੁੱਟ ਕਰਾਂਗੇ ਬੇਟਾ। ਸਾਡੇ ਕੋਲ D2 ਬੇਟਾ ਕਿੰਨਾ ਆ ਗਿਆ, 650, ਠੀਕ ਹੈ। ਤੇ D1 ਸਾਡੇ ਕੋਲ ਕਿੰਨਾ ਆ ਗਿਆ, 350, ਠੀਕ ਹੈ। ਹੁਣ ਇਹਨੂੰ ਆਪਾਂ ਬੇਟਾ ਮਾਈਨਸ ਕਰਾਂਗੇ, ਤੇ 650 ਦੇ ਵਿੱਚੋਂ ਜਦੋਂ ਆਪਾਂ 350 ਮਾਈਨਸ ਕਰਦੇ ਕਿੰਨਾ ਆ ਜਾਏਗਾ, 300। ਸੋ ਵੈਲੋਸਿਟੀ ਦੀ ਯੂਨਿਟ ਹੁੰਦੀ ਹੈ ਮੀਟਰ ਪਰ ਸੈਕਿੰਡ। ਸੋ ਬੇਟਾ ਸਾਡੇ ਕੋਲ ਜਿਹੜਾ ਆਨਸਰ ਆ ਗਿਆ ਹੈ ਉਹ ਹੈ, ਉਹ ਆਏਗਾ 300 ਮੀਟਰ ਪਰ ਸੈਕਿੰਡ। ਆਪਸ਼ਨ ਨੰਬਰ ਜਿਹੜਾ 4 ਹੈ, ਠੀਕ ਹੈ। ਇਹ ਜਿਹੜਾ ਸਾਡਾ ਆਪਸ਼ਨ ਨੰਬਰ 4 ਹੈ ਦੈਟ ਇਜ਼ ਦ ਕਰੈਕਟ ਆਨਸਰ। ਸੋ ਆਈ ਹੋਪ ਤੁਹਾਨੂੰ ਬੇਟਾ ਇਹ ਕੁਐਸਚਨ ਸਮਝ ਆ ਗਿਆ ਹੋਏ, ਠੀਕ ਹੈ। ਸੋ ਇਹਨੂੰ ਬੇਟਾ ਥੋੜਾ ਜਿਹਾ ਅਸੀਂ ਡਾਇਗਰਾਮੈਟਿਕਲੀ ਸਮਝਾਂਗੇ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਸਕੇ ਕਿ ਜਿੱਦਾਂ ਤੁਸੀਂ ਸਾਰਿਆਂ ਨੇ ਕੈਪਲਰਸ ਦਾ ਜਿਹੜਾ ਥਰਡ ਲਾਅ ਆਫ ਪਲੈਨੇਟਰੀ ਮੋਸ਼ਨ ਹੈ ਉਹਦੇ ਬਾਰੇ ਪੜ੍ਹਿਆ ਹੋਇਆ ਹੈ ਕਿ ਜਿਹੜੇ ਪਲੈਨੇਟ ਹੈ ਉਹ ਸਨ ਦੇ ਅਰਾਊਂਡ ਰਿਵੋਲਵ ਕਰਦੇ ਹੈ। ਸੋ ਸਪੋਜ਼ ਕਰੋ ਕਿ ਇਹ ਕੀ ਹੈ, ਸਨ ਹੈ, ਔਰ ਇਹਦੇ ਆਲੇ ਦੁਆਲੇ ਜਿਹੜੀ ਹੈ ਅਰਥ ਕੀ ਕਰਦੀ ਹੈ, ਰਿਵੋਲਵ ਕਰਦੀ ਹੈ, ਠੀਕ ਹੈ। ਸੋ ਜਿਹੜਾ ਅਰਥ ਦਾ ਡਿਸਟੈਂਸ ਹੈ ਸਨ ਤੋਂ ਪ੍ਰੈਜ਼ੈਂਟ ਡਿਸਟੈਂਸ ਉਹ ਘਟਾ ਕੇ ਕਿੰਨਾ ਕਰ ਦਿੱਤਾ, 1/4 ਕਰ ਦਿੱਤਾ। ਤੇ ਉਸ ਟਾਈਮ ਉਹਨਾਂ ਨੇ ਪੁੱਛਿਆ ਕਿ ਫਿਰ 1 ਸਾਲ ਦਾ ਜਿਹੜਾ ਡਿਊਰੇਸ਼ਨ ਹੈ ਉਹ ਕੀ ਹੋਵੇਗਾ, ਜਾਂ 1 ਸਾਲ ਦਾ ਜਿਹੜਾ ਅੰਤਰਾਲ ਹੈ ਉਹ ਕੀ ਹੋ ਜਾਵੇਗਾ, ਠੀਕ ਹੈ। ਸੋ ਅਸੀਂ ਥੋੜਾ ਜਿਹਾ ਕੈਪਲਰ ਲਾਅ ਦੇ ਬਾਰੇ ਪੜ੍ਹ ਲੈਂਦੇ ਹਾਂ ਕਿ ਕੀ ਕਹਿੰਦਾ ਸੀ ਕੈਪਲਰ ਲਾਅ। ਦਿਸ ਲਾਅ ਸਟੇਟ ਦੈਟ the square of the time period of the revolution is directly proportional to the cube of their mean distance from the sun, ਠੀਕ ਹੈ। ਕਿ ਜਿਹੜਾ ਟੀ ਸਕੇਅਰ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ, ਕਿ ਜਿਹੜਾ ਟਾਈਮ ਪੀਰੀਅਡ ਆਫ ਰੈਵੋਲੂਸ਼ਨ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ ਟੂ ਦ ਕਿਊਬ ਆਫ देयर मीन डिस्टेंस फ्रॉम सन। ਸਾਨੂੰ ਪਤਾ ਹੈ ਬੇਟਾ ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨਲ ਜਿਹੜਾ ਹੁੰਦਾ ਜਦੋਂ ਉਹਨੂੰ ਅਸੀਂ ਹਟਾਉਂਦੇ ਹਾਂ ਤਾਂ ਸਾਡੇ ਕੋਲ ਇੱਕ ਕਨਸਟੈਂਟ ਆਉਂਦਾ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ। तो टी स्केयर इज इक्वल टू KR क्यूब, ठीक है। इनू ਆਪਾਂ ਕੀ ਮੰਨ ਲੈਂਦੇ ਆ ਬੇਟਾ, ਫਸਟ ਇਕੁਏਸ਼ਨ ਸਪੋਜ਼ ਕਰ ਲੈਂਦੇ ਆ, ਠੀਕ ਹੈ। ਸਾਡੇ ਕੋਲ ਇਹ ਕੀ ਹੈ, ਫਸਟ ਕੇਸ ਹੈ ਕਿ ਨੋਰਮਲ ਕੇਸ ਦੀ ਆਪਾਂ ਜਦੋਂ ਗੱਲ ਕਰ ਰਹੇ ਹਾਂ ਕਿ ਜਦੋਂ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੈ, R ਹੈ, ਠੀਕ ਹੈ। ਹੁਣ ਸਪੈਸ਼ਲ ਕੇਸ ਜਿਹੜਾ ਕੁਐਸਚਨ ਦੇ ਵਿੱਚ ਡਿਸਕਸ ਉਹ ਕਰ ਰਿਹਾ ਹੈ ਕਿ ਦੱਸੋ ਕਿ ਜਦੋਂ 1/4 ਡਿਸਟੈਂਸ ਹੋ ਜਾਏਗਾ ਤੇ ਫਿਰ ਜਿਹੜਾ 1 ਈਅਰ ਦਾ ਡਿਊਰੇਸ਼ਨ ਆ ਉਹ ਕਿੰਨਾ ਹੋ ਜਾਏਗਾ। ਸੋ ਅਸੀਂ ਸੈਕਿੰਡ ਕੇਸ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੈ ਉਹਦਾ T' ਮੰਨ ਲੈਂਦੇ ਹਾਂ। ਇਹ ਸਾਡਾ ਕੇਸ 1 ਸੀ, ਇਹ ਸਾਡਾ ਕੇਸ 2 ਹੈ। ਤਾਂ ਟਾਈਮ ਪੀਰੀਅਡ ਕਿੰਨਾ ਹੋ ਜਾਏਗਾ, T' ਸਕੇਅਰ ਇਜ਼ ਇਕੁਅਲ ਟੂ K, ਠੀਕ ਹੈ। R ਬੇਟਾ ਸਾਡੇ ਕੋਲ ਕਿੰਨਾ ਹੈ, R ਕਿੰਨਾ ਕਰ ਦਿੱਤਾ, 1/4, ਠੀਕ ਹੈ। ਸੋ ਸਾਡੇ ਕੋਲ ਜਿਹੜੀ R ਦੀ ਵੈਲਿਊ ਹੈ ਉਹ ਕਿੰਨੀ ਆ ਜਾਏਗੀ,
1 बाय इत्थे आ जाएगी 1 बाय आर आ जाएगा 1 बाय 4 दा क्यूब आ जाएगा। ठीक है, आर कितना कर दिता है, इत्थे आर भी आएगा। ठीक है, आर बाय 4 दा क्यूब आ जाएगा क्योंकि जिहड़ा डिस्टेंस है वो घटा के 1/4 कर दिता है। सो बेटा ये साडी फर्स्ट इक्वेशन सी। ठीक है, साडी किहड़ी आ गई इक्वेशन नंबर सैकेंड। ठीक है, थोड़ा होर कलर यूज़ कर लैंदे आ, थोड़ा समझ नहीं आएगा नहीं तो मिक्स हो जाएगा। सो जो आप इनू सोल्व करते हैं बेटा इत्थे आ जाएगा टी डैश, ये साडी सैकेंड इक्वेशन है। टी डैश द स्केयर इज इक्वल टू के आर, जो आप इनू सोल्व करांगे आर दा क्यूब की आ जाएगा आर क्यूब, तो 4 दा क्यूब की आ जाएगा 64। ठीक है, 4 इंटू 4 इंटू 4, 4 4 जा 16, 16 4 जा 64। ठीक है, सो बेटा हुण जिद्दां आपां पहले ग्रेविटेशन वाला न्यूमैरिकल सॉल्व कीता सी या होर न्यूमैरिकल सॉल्व कीते, कुछ ना कुछ कॉमन आ रहा सी जो आपां इक्वेशन नंबर 1 2 या थोड़ा कंपैरिजन करते हाँ। सो इहदे विच भी देखो बेटा की कॉमन आ रहा है, इत्थे भी के है। ठीक है, इत्थे भी की है के, इत्थे भी आर क्यूब, इत्थे भी आर क्यूब है। ਅਸੀਂ कह सकते हैं फ्रॉम इक्वेशन नंबर 1 एंड 2 या फिर जो ਅਸੀਂ ਇੱਥੇ ਦੀ वैल्यू सबस्टिट्यूट कर रहे हाँ। ठीक है, सो ਅਸੀਂ ਇੱਥੇ ਕੀ ਕਰਾਂਗੇ, ਇਹ ਸਾਰੀ ਚੀਜ਼ਾਂ ਕੈਂਸਲ ਹੋ ਜਾਣਗੀਆਂ ਤੇ फ्रॉम इक्वेशन नंबर 1 एंड 2 ਜਦੋਂ ਆਪਾਂ ਇਹਨੂੰ ਪੁੱਟ ਕਰਾਂਗੇ ਕੇ ਦੇ ਨਾਲ ਕੇ ਕੈਂਸਲ ਹੋ ਜਾਏਗਾ, ਆਰ ਕਿਊਬ ਦੇ ਨਾਲ ਆਰ ਕਿਊਬ, ਤੇ ਸਾਡੇ ਕੋਲ ਟੀ ਡੈਸ਼ ਦਾ ਜਿਹੜਾ ਸਕੁਅਰ ਹੈ ਉਹ ਕਿੰਨਾ ਆ ਜਾਏਗਾ। डिफरेंट कलर यूज़ कर ਲੈਂਦੇ ਆ। सो बेटा ਸਾਡੇ ਕੋਲ ਜਿਹੜਾ टी डैश ਦਾ ਜਿਹੜਾ ਸਕੁਅਰ है ਉਹ ਕਿੰਨਾ ਆ ਜਾਏਗਾ 1 बाय इत्थे आ जाएगा टी। ठीक है, इत्थे आ जाएगा 64। सो साडे कोल बेटा टी डैश का स्केयर कितना आ गया टी बाय 64। ठीक है, हुण बेटा जदों नूं आपां सॉल्व करांगे सानू पता है कि जदों भी आपां स्केयर नूं दूसरी साइड लैके जाने हो स्केयर रूट बन जाती है। ठीक है, हुण आपां की करांगे, इत्थे आ गया इत्थे बेटा स्केयर आना सी टी दा। ठीक है, सो टी डैश अपॉन जो टी डैश है साढ़े कोल कितना आ गया, टी डैश इज इक्वल टू टी अपॉन रूट 64। ठीक है, तो टी डैश इज इक्वल टू टी अपॉन 64 का जो स्केयर रूट है वो होंगे 8। तो साढ़े कोल आंसर आ गया टी डैश इज इक्वल टू टी बाय 8। सो साडा आंसर आ गया कि जो अर्थ का जो डिस्टेंस है सन तो 1/4 हो जाएगा, तो जोड़ा 1 ईयर का जोड़ा अंतराल है वो कितना हो जाएगा 1/8 हो जाएगा। सो साडा जोड़ा बेटा करैक्ट ऑप्शन है वो है, राइट आंसर है साडा 1/8, दैट इज़ ऑप्शन नंबर 3। ठीक है, साडा की है करैक्ट ऑप्शन है। 26 क्वेश्चन ਵੱਲ मूव करते हैं। क्वेश्चन रीड करिए, विच लैंड फॉर्म ऑफ इंडिया इज़ ऑफ ट्रायंगुलर शेप। ਕਿਹੜਾ लैंड फॉर्म हैगा इंडिया ਦੇ ਵਿੱਚ ਜਿਹੜਾ ਇੱਕ ट्रायंगल ਦੀ शेप ਦਾ ਹੈਗਾ। ठीक है जी, ਤੇ ਇਹ शेप ਕਿਹੜੀ ਹੈਗੀ ਆ ਜਿਹੜੀ ਇੰਡੀਆ ਦੇ ਵਿੱਚ ਡੈਕਨ ਪਲੇਟੂ ਹੈਗਾ ਨਾ। ठीक है, ਉਹਨੂੰ ਜਿਹਨੂੰ ਆਪਾਂ ਕੀ ਕਵਾਂਗੇ ਪੈਨਿਨਸੂਲਰ ਪਲੇਟੂ। ऑप्शन सी हैगी है साडी करैक्ट ऑप्शन। क्वेश्चन नंबर 27 ਵੱਲ मूव करते हैं। हैगा सरदार सरोवर डैम ਜਿਹੜਾ ਹੈਗਾ ਆ ਉਹ किस रिवर उत्ते बिल्ट होया आ। ठीक है जी, केड़ा डैम हैगा सरदार सरोवर डैम, ਇਹਦੀ ऑप्शन की हैगी आ नर्मदा। क्वेश्चन नंबर 28 हैगा आ, विच सी वॉज प्रेजेंट एट द प्लेस ऑफ प्रेजेंट हिमालयाज। जिथे हुण साडे हिमालय दे पर्वत हैगे ना उस जगह ते कहंदे जदों पर्वत नहीं सीगे ते उदों केड़ा रिवर उत्थे हुंदा सीगा। उहदा आंसर साडे कोल की हैगा, साडे कोल टैथीज। ठीक है जी, नेक्स्ट क्वेश्चन वाल मूव करते हैं। विच ऑफ द फॉलोइंग प्लेसिस इज इन्फ्लुएंस्ड बाई रिट्रीटिंग और ईस्टर्न मॉनसूनस। ठीक है, इहदा आंसर हैगा आ चेन्नई। लास्ट क्वेश्चन हैगा साडा, कहंदे कि जिथे गल्फ स्ट्रीम ते लैब्राडोर करंट मीट करते हैगे आ किहड़ी जगह ते, न्यू फाउंडलैंड ते। ठीक है, उस जगह ते जिहड़े लैटीट्यूड हैगे आ, ठीक है, उहदी डिग्री कितनी हैगी आ, उहदी डिग्री कितनी हैगी। ऑप्शन सी साडी होएगी करैक्ट ऑप्शन 45 डिग्री उत्तर, या इंग्लिश च कहांगे 45 डिग्री नॉर्थ।